ਜਿਹੜਾ ਸਾਡਾ APRO ਸੀ ਉਹ ਸਟੈਪ ਲੈ ਕੇ ਮੇਰੇ ਵੱਲ ਨੂੰ ਆ ਗਿਆ। ਉਹ ਇੱਧਰ ਭਾਰ ਵਧਿਆ ਸੀ ਸਾਰੇ ਦਰਿਆ ਦੇ ਵਿੱਚ। 2 ਗਨਮੈਨ ਤਾਂ ਮੈਂ ਦੇਖਿਆ ਵੀ ਰੋੜੀ ਗਏ, ਪੈਰਪੂਰ ਤਾਂ ਕਿਸੇ ਦੇ ਲੱਗੇ ਜੀ। ਉਹ ਸਾਡੇ SDM ਦੇ ਹੱਥ 'ਚੋਂ ਜਿਹੜੀ ਤਾਰ ਸੀ ਉਹ ਫੜੀ ਰਹਿ ਗਈ। ਅਸੀਂ ਸਾਰਿਆਂ ਨੇ ਉਹਨੂੰ ਘੁੱਟ ਕੇ ਫੜ ਲਿਆ ਤੇ ਈਵਨ ਛੋਟੇ ਬੱਚਿਆਂ ਨੇ ਵੀ ਦਰਿਆ 'ਚ ਛਾਲ ਮਾਰੀ, ਸਾਨੂੰ ਕੱਢ ਕੇ ਲੈ ਗਏ। IAS ਅਫਸਰਾਂ ਦੇ ਨਾਲ ਜਾਣੀ ਕਿ ਅਫਸਰ ਸ਼ਾਹਾਂ ਦੇ ਨਾਲ ਹਮੇਸ਼ਾ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਰਿਹਾ ਕਿ ਉਹ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਆਮ ਲੋਕਾਂ ਦੇ ਵਿੱਚ ਬਹੁਤ ਘੱਟ ਵਿਚਰਦੇ। ਇੱਕ ਬੜਾ ਵੱਡਾ ਗੈਪ ਹੁੰਦਾ। ਨਹੀਂ, ਗੈਪ ਦੇਖੋ ਹਰ ਅਫਸਰ ਦੀ ਆਪੋ ਆਪਣੀ ਵਰਕਿੰਗ ਹੈ। ਮੈਨੂੰ ਮੇਰੇ ਕੰਨ 'ਚ ਗਨਮੈਨ ਨੇ ਦੱਸਿਆ ਕਿ ਸਰ ਉਹ ਜਿਹੜੇ 20 ਬੰਦੇ ਜਾ ਰਹੇ ਆ ਉਹ ਕਮਿਸ਼ਨਰ ਸਾਹਿਬ ਦੀ ਕੋਠੀ ਨੂੰ ਅੱਗ ਲਾਉਣ ਜਾ ਰਹੇ। ਮੈਂ ਕਿਹਾ ਮਿੱਤਰਾ, ਜੇ ਤੁਸੀਂ ਅੱਗੇ ਚਲੇ ਗਏ ਫਿਰ ਇਹ ਨਾ ਸੋਚਿਓ ਵੀ ਤੁਹਾਨੂੰ ਅਸੀਂ ਵਾਪਸ ਸੁੱਕੇ ਮੁੜਾਂਗੇ। ਫਿਰ ਉਸ ਤੋਂ ਬਾਅਦ ਇੱਟਾਂ ਚੱਲ ਗਈਆਂ, ਮੇਰੇ ਵੀ ਇੱਟ ਲੱਗੀ, ਸਾਡੇ MP ਹੁੰਦੇ ਸੀ ਉਹਨਾਂ ਦੇ ਵੀ ਇੱਟ ਲੱਗੀ। ਗੋਲੀ ਚਲਾਉਣ ਦੇ ਵੀ ਹੁਕਮ ਦੇਣੇ ਪਏ? ਨਹੀਂ, ਉੱਥੇ ਗੋਲੀ ਚਲਾਉਣ ਦੇ ਹੁਕਮ ਨਹੀਂ ਦੇਣੇ ਪਏ। ਗੋਲੀ ਚਲਾਉਣ ਦੇ ਹੁਕਮ ਦੇਣੇ ਪਏ ਜਦੋਂ ਮੈਂ ADC ਲੁਧਿਆਣਾ ਸੀ। ਨੂਰ ਮਹਿਲ ਵਾਲਿਆਂ ਨੂੰ ਵੀ ਜਦੋਂ ਪਤਾ ਲੱਗਿਆ ਸੀ, ਉਹ ਵੀ ਆਪਸ ਵਿੱਚ ਉਹਨਾਂ ਦੇ ਕੋਲ ਵੀ ਵੈਪਨ ਸੀਗੇ। ਇੱਧਰ ਸਾਡੇ ਜਿਹੜੇ ਸਿੰਘ ਸੀਗੇ ਇਹਨਾਂ ਦੇ ਕੋਲੇ ਸਿਰਫ ਇੱਕ ਅੱਧੇ ਕੋਲੇ ਸ਼ਾਇਦ ਪਿਸਤੌਲ ਹੋਏਗਾ, ਬਾਕੀ ਸਾਰਿਆਂ ਕੋਲ ਕਿਰਪਾਨਾਂ ਸੀਗੀਆਂ। ਸਾਨੂੰ ਇਹ ਲੱਗਿਆ ਕਿ ਜੇ ਕਿਤੇ ਇਹ ਟਕਰਾਅ ਹੋ ਗਿਆ, ਕਿਤੇ 78 ਵਾਲਾ ਕਾਂਡ ਨਾ ਹੋ ਜਾਵੇ। ਇਹ ਗੋਲੀ ਚਲਾਉਣ ਦੇ ਹੁਕਮ ਕਿਸ ਤਰੀਕੇ ਨਾਲ ਮਿਲਦਾ, ਕਿਉਂਕਿ ਇਹਨੂੰ ਲੈ ਕੇ 2015 ਤੋਂ ਬਾਅਦ ਬਹੁਤ ਵੱਡੇ ਸਵਾਲ ਉੱਠੇ ਹੋਏ ਨੇ। ਫਾਇਰਿੰਗ ਦੇ ਆਰਡਰ ਦੇਣੇ ਸੀਗੇ ਕਿ ਤੁਸੀਂ ਜਾਂ ਤਾਂ ਉੱਪਰ ਗੋਲੀ ਚਲਾਓ ਜਾਂ ਸੜਕ 'ਚ ਗੋਲੀ ਚਲਾਓ, ਸਿੱਧੀ ਕਿਸੇ ਦੇ ਨਹੀਂ। ਬਾਈ ਚਾਂਸ ਇੱਕ ਦਰਸ਼ਨ ਸਿੰਘ ਸੀਗਾ ਆਟੋ ਰਿਕਸ਼ਾ ਚਾਲਕ, ਉਹਦੇ ਗੋਲੀ ਰਿਬਾਊਂਡ ਹੋ ਕੇ ਇੱਥੇ ਲੱਗ ਗਈ। 78 ਵੇਲੇ ਜੋ ਇਨਸੀਡੈਂਟ ਹੋਇਆ ਸੇਮ ਨੂਰ ਮਹਿਲ ਵਾਲਾ ਬਣ ਜਾਣਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ 78 ਵੇਲੇ ਤੇ ਉਦੋਂ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਇਹ ਜਿਹੜਾ ਸਮਾਗਮ ਆ ਨਾ ਹੋਣ ਦਿੱਤਾ ਜਾਵੇ। ਕਿ ਜਦੋਂ ਸਾਡੇ ਸਿੰਘ ਸਾਹਿਬਾਨ ਉੱਥੇ ਆ ਰਹੇ ਸੀਗੇ ਉਸ ਵੈਨਿਊ ਤੇ, ਉਹਨਾਂ ਨੂੰ ਵਿਚਕਾਰ ਕਿਉਂ ਨਹੀਂ ਰੋਕਿਆ ਗਿਆ? ਬਹੁਤ ਸਾਰੀਆਂ ਅੰਦਰਲੀਆਂ ਰਿਪੋਰਟਾਂ ਵੀ ਤੁਹਾਡੇ ਤੱਕ ਆਉਂਦੀਆਂ ਜਿਹੜੀਆਂ ਲੋਕਾਂ ਤੱਕ ਨਹੀਂ ਪਹੁੰਚਦੀਆਂ। ਬਿਲਕੁਲ ਠੀਕ। ਮੰਨਦੇ ਹੋ ਕਿ ਉਸ ਸਮੇਂ ਦੇ ਦੌਰਾਨ ਉਹ ਜਿਹੜੀ ਮੂਵਮੈਂਟ ਸੀਗੀ ਉਹਦਾ ਨਜਾਇਜ਼ ਫਾਇਦਾ ਵੀ ਚੱਕਿਆ ਗਿਆ? प्रोग्राम अफसरशाह, मैं तुहाडा अपना दोस्त हरदीप सिंह भोगल। दोस्तों, अक्सर पंजाब की असीं गल करते हैं तो पंजाब दे विच बहुत उतार चढ़ाव आए ने। इन्हां उतार चढ़ावां दे दौरान बहुत सारे लोगों की जिम्मेवारी रही है कि उन्होंने किस तरीके नाल पंजाब दे विच काम कीता। असीं अक्सर एक गल करते हैं कि एक अफसरशाह हुंदे ने जिहड़े पंजाब दे विच विचरदे ने, गलबात करते ने, पंजाब दे माहौल दे लई जिम्मेवार भी हुंदे ने। पर नाल दी नाल एक बड़ी अहम चीज़, एक बड़ा वड्डा अंतराल हुंदा है अफसरशाहां ते आम लोगों के दरम्यान। अफसरशाह अपने समय के दौरान की कुछ करते हैं, उन्हों का सीधा असर पंजाब के भविख से भी पैंदा है, सूबे के भविख से भी पैंदा है। अज के इस प्रोग्राम के एक अफसरशाह के नाल गलबात करनी है जिन्होंने अपने समय के दौरान वक्-वक् सूबों के, क्योंकि हिस्से की गल करते हैं, जिले की गल करते हैं, उन्होंने काम किया तो वक्-वक् थावां का निरीक्षण भी किया, अपने हिसाब के नाल वड्डे फैसले भी ले। उन्होंने जिंदगी के की उतार चढ़ाव आए तो उन्होंने पंजाब से की असर रहा है, अज उन्होंने गल करनी है। साडे नाल कुलदीप वैद ने, रिटायर्ड IAS अफसर ने। सर, बहुत बहुत स्वागत तुहाडा। सत श्री अकाल भोगल साहब, मैनू बड़ी खुशी है जिहड़ा तुसीं ये प्रोग्राम करने वास्ते जा रहे हो अफसरशाह वाला। तो मैनू लगता है कि पहला इहो जिहा प्रोग्राम शायद एक अद्धी वारी होया, ज़्यादा किसी भी मीडिया चैनल ने या किसी ने जहमत नहीं की कि इहो जिहा वधिया प्रोग्राम कराया जाए। कुलदीप वैद साहब, जदों असीं तुहाडी गल करदे हां, बड़ा औखा प्रीखिया का एक आप कह ली भी ये बड़ा औखा राह हुंदा IAS अफसर बनना, खास करके उन्हां लोकां लई जिहड़े बड़े हेठले परिवारां तो आउंदे ने, बड़ी मुशक्कत दे विचों लंघदे ने। ये तुहाडा सफ़र IAS वाला शुरू कित्थों होया? देखो, ये शुरुआत इत्थों ही कर दिंदे आ कि मेहनत का कोई अल्टरनेटिव नहीं जी। चाहे तुसी स्टडी च कर लो, चाहे तुसी बिजनेस कर लो, किते भी कर लो। जिहड़े बच्चों नूं मेहनत करन दी आदत होवे वो बच्चे हमेशा सक्सैसफुल होंदे हैं किसी भी फील्ड विचों जी। मेरी बैकग्राउंड जिहड़ी है, मेरे चाचा जी सरदार कुलवंत सिंह 1960 बैच दे PCS अफसर सीगे जी। मेरे पिता जी फ्रीडम फाइटर रहे, पॉलिटिक्स दे विच आए। मेरे पिता जी ने
ਲੁਧਿਆਣਾ ਦੇ ਵਿੱਚ 1942 ਦੇ ਵਿੱਚ ਹੌਜ਼ਰੀ ਐਸਟੈਬਲਿਸ਼ ਕੀਤੀ। ਸੋ ਮੇਰੀ ਸਿਵਲ ਸਰਵਿਸ ਦੀ ਤਾਂ ਜਿਹੜੀ ਸੀ ਬੈਕਗ੍ਰਾਉਂਡ ਸੀ ਜੀ। ਮੇਰੇ ਪਿਤਾ ਜੀ ਨੇ ਮੈਨੂੰ ਦੋ ਮਤਲਬ ਕਿ ਸਮਝੋ ਵੀ ਗੋਲ ਦਿੱਤੇ ਬਚਪਨ ਤੋਂ ਕਿ ਜਾਂ ਤਾਂ ਬੇਟਾ ਸਿਵਲ ਸਰਵਿਸ 'ਚ ਆਉਣਾ ਜੀ, ਜਾਂ ਫਿਰ ਲਾਅ ਕਰਕੇ ਪ੍ਰੈਕਟਿਸ ਕਰਕੇ ਪੋਲਿਟਿਕਸ 'ਚ ਆਉਣਾ ਜੀ। ਸੋ ਮੈਂ ਸਮਝਦਾ ਕਿ ਵਾਹਿਗੁਰੂ ਦੀ ਮਿਹਰ ਨਾਲ ਤੇ ਮਾਪਿਓ ਦੇ ਆਸ਼ੀਰਵਾਦ ਨਾਲ ਫਿਲਹਾਲ ਦੋਨੋਂ ਕੰਮ ਹੀ ਹੋ ਗਏ, ਸਿਵਲ ਸਰਵਿਸ ਵੀ ਹੋ ਗਈਆਂ ਤੇ 5 ਸਾਲ ਐਮਐਲਏ ਵੀ ਰਹਿ ਗਏ ਤੋਂ ਪੋਲਿਟਿਕਸ ਵੀ ਹੋ ਗਈ। ਕਿਉਂਕਿ ਦੋਹੀ ਜਿਹੜੇ ਮੈਨੂੰ ਲੱਗਦਾ ਕਿ ਦੋਹੀ ਕੰਮ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਜਿਹੜੇ ਵੱਡੇ ਫੈਸਲੇ ਲੈਣੇ ਹੁੰਦੇ ਨੇ ਉਹਨਾਂ ਦਾ ਹੱਥ ਰਹਿੰਦਾ। ਅਫਸਰ ਸ਼ਾਹ ਨੇ ਵੀ ਕੰਮ ਕਰਨਾ ਹੁੰਦਾ ਤੇ ਨੀਤੀ ਘਾੜੇ ਜਿਹੜੇ ਐਮਐਲਏ ਹੁੰਦੇ ਉਹਨਾਂ ਨੇ ਵੀ ਪੰਜਾਬ ਲਈ ਕੰਮ ਕਰਨਾ ਹੁੰਦਾ। ਭੋਗਲ ਸਾਹਿਬ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਪੋਲੀਟੀਸ਼ੀਅਨ ਦਾ ਤਾਂ ਆਪਣਾ ਇੱਕ ਰੋਲ ਹੈ ਹੀ ਹੈ, ਐਕਚੁਅਲ ਗਵਰਨਮੈਂਟ ਉਹ ਚਲਾਉਂਦੇ ਨੇ, ਪਰ ਬਿਊਰੋਕ੍ਰੇਸੀ ਦਾ ਸਿਵਲ ਸਰਵਿਸ ਦਾ ਬਹੁਤ ਵੱਡਾ ਰੋਲ ਹੈ ਜ਼ਿਲ੍ਹੇ ਆਪਣੇ ਸਟੇਟ ਦੀ ਡਿਵੈਲਪਮੈਂਟ ਦੇ ਉੱਤੇ ਜੀ। ਜਿਹੜੇ ਬਹੁਤ ਵੱਡੇ ਫੈਸਲੇ ਨੇ, ਚਾਹੇ ਉਹ ਹਾਊਸਿੰਗ ਦੇ ਹੈ, ਚਾਹੇ ਉਹ ਟਰਾਂਸਪੋਰਟ ਦੇ ਹੈ, ਚਾਹੇ ਉਹ ਹੈਲਥ ਦੇ ਹੈ, ਉਹ ਸਾਡੇ ਜਿਹੜੇ ਸੀਨੀਅਰ ਬਿਊਰੋਕਰੇਟਸ ਹੈ ਉਹ ਸਾਡੇ ਉੱਪਰ ਮਿਨਿਸਟਰਸ ਨਾਲ ਮਿਲ ਕੇ ਬਹੁਤ ਵੱਡੇ ਫੈਸਲੇ ਲੈਂਦੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਿਸੇ ਵੀ ਸਰਕਾਰ ਹਿੰਦੁਸਤਾਨ ਦੇ ਵਿੱਚ ਕੋਈ ਵੀ ਸਰਕਾਰ ਹੋਵੇ ਕਿਸੇ ਸਟੇਟ ਦੀ, ਤੇ ਬਿਊਰੋਕਰੇਸੀ ਦਾ ਬਹੁਤ ਵੱਡਾ ਰੋਲ ਹੈ ਸੈਂਟਰ ਵਿੱਚ ਵੀ ਤੇ ਸਟੇਟ ਵਿੱਚ ਜੀ। ਜੇ ਅਸੀਂ ਤੁਹਾਡੀ ਗੱਲ ਕਰੀਏ, ਜਿਵੇਂ ਤੁਸੀਂ ਦੱਸਿਆ ਕਿ ਘਰ ਦੇ ਵਿੱਚੋਂ ਹੀ ਇੱਕ ਹਿਸਾਬ ਨਾਲ ਡਾਇਰੈਕਸ਼ਨ ਮਿਲ ਗਈ ਸੀ ਵੀ ਇਧਰਲੇ ਪਾਸੇ ਨੂੰ ਜਾਣਾ ਹੈਗਾ, ਪਰ ਡਾਇਰੈਕਸ਼ਨ ਮਿਲਣ ਦੇ ਨਾਲ ਨਾਲ ਮਿਹਨਤ ਤਾਂ ਆਪਣੀ ਹੁੰਦੀ ਹੈ। ਉਹ ਮਿਹਨਤ ਦਾ ਸਫ਼ਰ, ਪੜ੍ਹਾਈ ਕਿਵੇਂ ਗਈ, ਉਸ ਤੋਂ ਬਾਅਦ ਕਿੱਥੇ ਕਿੱਥੇ ਪੜ੍ਹਾਈ ਕੀਤੀ ਤੇ ਕਿਸ ਤਰੀਕੇ ਨਾਲ ਆਈਏਐਸ ਦਾ ਐਗਜ਼ਾਮ ਕੀਤਾ? ਭੋਗਲ ਸਾਹਿਬ ਮੇਰੀ ਜਿਹੜੀ ਸਾਰੀ ਸਟੱਡੀ ਆ ਉਹ ਲੁਧਿਆਣਾ ਦੀ ਤੇ ਚੰਡੀਗੜ੍ਹ ਦੀ ਹੈ ਜੀ। ਮੈਂ ਲੁਧਿਆਣਾ ਦੇ ਫੀਲਡਗੰਜ ਵਿੱਚ ਸਾਡਾ ਪੁਰਾਣਾ ਘਰ ਸੀ, ਉੱਥੇ ਖਾਲਸਾ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮੈਂ ਮੈਟ੍ਰਿਕ ਕੀਤੀ। ਇਹ ਫੀਲਡਗੰਜ ਦੇ ਵਿੱਚ ਸ਼ਾਹਪੁਰ ਰੋਡ ਤੇ। ਮੈਟ੍ਰਿਕ ਤੋਂ ਬਾਅਦ ਮੈਂ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਮੇਰੇ ਮਾਪਿਓ ਤੋਂ ਜੋ ਸਿੱਖਿਆ ਮਿਲੀ ਮੈਂ ਕਾਫੀ ਠੀਕ ਸੀ। ਮੈਂ ਹਮੇਸ਼ਾ ਹੀ ਸਕੂਲ ਕਾਲਜ ਵਿੱਚ ਵੀ ਜਿਵੇਂ ਕਹਿ ਲਓ ਕਿ ਫਸਟ 5 ਜਾਂ ਫਸਟ 10 ਦੇ ਵਿੱਚ ਹੀ ਰਿਹਾ ਜੀ। ਫਿਰ ਮੈਂ ਪ੍ਰੈਪ ਮੈਥਮੈਟਿਕਸ ਇਕਨੋਮਿਕਸ ਨਾਲ ਗਵਰਨਮੈਂਟ ਕਾਲਜ ਤੋਂ ਕੀਤੀ ਤੇ ਫਿਰ ਮੈਂ ਬੀਕਾਮ ਕੀਤੀ। 1982 ਦੇ ਵਿੱਚ ਮੈਂ ਬੀਕਾਮ ਕੀਤੀ। ਉਸ ਤੋਂ ਬਾਅਦ ਫਿਰ ਮੈਂ 83 ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਕੀਤਾ ਜੀ। ਲੇਕਿਨ ਮੇਰੇ ਪਿਤਾ ਜੀ ਨੇ ਜਦੋਂ ਮੈਂ ਬੀਕਾਮ ਕੀਤੀ, ਇੱਥੇ ਸਾਡੇ ਇੱਕ ਮਾਡਲ ਅਕੈਡਮੀ ਹੁੰਦੀ ਸੀ ਜੀ, ਮੈਨੂੰ ਉੱਥੇ ਹੀ ਸਿਵਲ ਸਰਵਿਸ ਦੀ ਕੋਚਿੰਗ ਦੇ ਵਿੱਚ ਪਾਤਾ ਕਿ ਨਾਲ ਨਾਲ ਪੜ੍ਹਾਈ ਕਰੋ, ਨਾਲ ਨਾਲ ਕੋਚਿੰਗ ਕਰੋ। ਮੈਨੂੰ ਉਸ ਮਾਡਲ ਅਕੈਡਮੀ ਦਾ ਬੜਾ ਬੈਨੀਫਿਟ ਮਿਲਿਆ, ਮੇਰਾ ਬੇਸ ਬੜਾ ਵਧੀਆ ਬਣ ਗਿਆ। ਫਿਰ ਚੰਡੀਗੜ੍ਹ ਚਲੇ ਗਏ, ਚੰਡੀਗੜ੍ਹ ਲਾਅ ਡਿਪਾਰਟਮੈਂਟ ਚਲੇ ਗਏ, ਉੱਥੇ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ, ਸਿਵਲ ਸਰਵਿਸ ਦਾ ਜਿਹੜਾ ਮਾਹੌਲ ਆ ਉਹ ਬਹੁਤ ਵਧੀਆ। ਉਹ ਜਿਹੜਾ ਮਾਹੌਲ ਸੀ, ਜਿਹੜੀ ਬੈਕਗਰਾਊਂਡ ਸੀ, ਮੈਨੂੰ ਆਪਣਾ ਇੱਕ ਜਿਹੜਾ ਮੇਰੇ ਫਾਦਰ ਤੇ ਮਦਰ ਨੇ ਜਿਹੜਾ ਮੈਨੂੰ ਗੋਲ ਦਿੱਤਾ ਸੀ ਉਹ ਮੈਨੂੰ ਮਿਹਨਤ ਕਰਵਾ ਗਿਆ। ਮੈਂ ਬਿਲਕੁਲ ਕਹਿਣਾ ਕਿ ਮਿਹਨਤ ਤੋਂ ਇਲਾਵਾ ਕੋਈ ਦੂਜਾ ਆਲਟਰਨੇਟਿਵ ਹੀ ਨਹੀਂ ਹੈ, ਸ਼ਾਰਟਕਟ ਨਹੀਂ ਹੈਗਾ। ਮੇਰੇ ਫਾਦਰ ਨੇ ਕਹਿਣਾ ਕਿ ਪੁੱਤ ਪੜ੍ਹ ਕੇ ਨਾ ਕਿਤਾਬਾਂ ਤੇਰੀਆਂ ਫਟੀਆਂ ਹੋਣੀਆਂ ਚਾਹੀਦੀਆਂ 6 ਮਹੀਨੇ ਬਾਅਦ, ਤਾਂ ਪਤਾ ਲੱਗੂ ਵੀ ਤੂੰ ਬੁੱਕਸ ਪੜ੍ਹੀਆਂ ਨੇ। ਐਂਡ ਵਾਹਿਗੁਰੂ ਦੀ ਮਿਹਰ ਰਹੀ, 87-88 ਦੇ ਵਿੱਚ ਮੈਂ ਫਸਟ ਆਈਏਐਸ ਦੀ ਇੰਟਰਵਿਊ ਦਿੱਤੀ, 88-89 ਦੇ ਵਿੱਚ ਮੈਂ ਸੈਕੰਡ ਆਈਏਐਸ ਦੀ ਇੰਟਰਵਿਊ ਦਿੱਤੀ, ਲੇਕਿਨ ਇਨ ਬਿਟਵੀਨ ਮੈਂ ਪੀਸੀਐਸ ਅਲਾਈਡ ਸਰਵਿਸਿਜ਼ ਵਿੱਚ ਆ ਗਿਆ ਜੀ। ਫਿਰ ਮੈਂ ਡੀਐਫਐਸਓ ਜੁਆਇਨ ਕੀਤਾ ਪਟਿਆਲਾ, 2 ਸਾਲ ਉੱਥੇ ਰਿਹਾ। 91-92 ਦੇ ਵਿੱਚ ਫਿਰ ਮੈਂ ਪੀਸੀਐਸ ਐਗਜ਼ੈਕਟਿਵ ਦੇ ਵਿੱਚ ਆ ਗਿਆ। ਸਰ ਇਹ ਜਿਹੜਾ ਜਦੋਂ ਅਸੀਂ ਗੱਲ ਕਰਦੇ ਹਾਂ ਆਈਏਐਸ ਆਫੀਸਰ ਹੋ ਗਏ ਜਾਂ ਪੀਸੀਐਸ ਅਫਸਰ ਹੋ ਗਏ, ਪੰਜਾਬੀਆਂ ਲਈ ਮੈਨੂੰ ਲੱਗਦਾ ਕਿ ਹੋਊਗਾ ਬਹੁਤ ਸਾਰੇ ਲੋਕਾਂ ਲਈ ਇਹ, ਕਿਉਂਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਆਈਏਐਸ ਅਫਸਰ ਜੇ ਬਣਦੇ ਨੇ ਤੇ ਉਹ ਸਾਡੀਆਂ ਨਾਰਥ ਸਟੇਟਾਂ ਜਿਹੜੀਆਂ ਹੈਗੀਆਂ ਜਾਂ ਉਧਰਲੇ ਪਾਸਿਓਂ ਜਾਂ ਮੱਧ ਭਾਰਤ ਦੇ ਵਿੱਚੋਂ ਇੱਧਰਲੇ ਪਾਸੇ ਲੋਕ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਬਣਦੇ, ਪਰ ਪੰਜਾਬ ਵਾਲੇ ਪਾਸੇ ਹਮੇਸ਼ਾ ਕਮੀ ਰਹੀ ਹੈ। ਨਹੀਂ, ਕਮੀ ਨਹੀਂ ਕੋਈ ਰਹੀ ਹੈ। ਦੇਖੋ ਮੈਂ ਤੁਹਾਨੂੰ ਦੱਸਾਂ, ਕਮੀ ਕੋਈ ਨਹੀਂ ਰਹੀ ਹੈ। ਯੂਪੀਐਸਸੀ ਦੇ ਵਿੱਚ ਜਿੰਨੀਆਂ ਵੀ ਗਵਰਨਮੈਂਟ ਆਫ ਇੰਡੀਆ ਪੋਸਟ ਕੱਢਦੀ ਹੈ ਉਹਦੇ ਹਿਸਾਬ ਦੇ ਨਾਲ ਸਾਰੇ ਬੱਚਿਆਂ ਦਾ ਕੰਪੀਟੀਸ਼ਨ ਹੁੰਦਾ। ਹੁਣ ਯੂਪੀ ਬਿਹਾਰ ਬਹੁਤ ਵੱਡੀਆਂ ਸਟੇਟਸ ਨੇ, ਨੈਚੁਰਲੀ ਉੱਥੋਂ ਦੇ ਬੱਚੇ ਰੇਸ਼ੋ ਦੇ ਮੁਤਾਬਕ ਵੀ ਵੱਧ ਜ਼ਿਆਦਾ ਨੇ, ਲੇਕਿਨ ਪੰਜਾਬ ਦੇ ਬੱਚਿਆਂ ਦੇ ਵਿੱਚ ਵੀ ਕਦੇ ਕੋਈ ਕਮੀ ਨਹੀਂ ਰਹੀ ਕਿ ਪੰਜਾਬ ਦੇ ਬੱਚੇ ਸਿਵਲ ਸਰਵਿਸ ਨਹੀਂ, ਬੱਚਿਆਂ ਦੇ ਵਿੱਚ ਕਮੀ ਨਹੀਂ, ਮੈਨੂੰ ਲੱਗਦਾ ਕਿ ਇਧਰਲੇ ਪਾਸੇ ਨੂੰ ਧਿਆਨ ਹੀ ਨਹੀਂ ਉਹਨਾਂ ਜਾਂਦਾ ਸ਼ਾਇਦ। ਨਹੀਂ, ਐਸੀ ਗੱਲ ਨਹੀਂ। ਅੱਜ ਦੀ ਡੇਟ ਵਿੱਚ ਪਿਛਲੇ ਜਦੋਂ ਅਸੀਂ ਆਈਏਐਸ ਦੀ ਤਿਆਰੀ ਕਰਦੇ ਸੀਗੇ ਉਦੋਂ ਤੇ ਹੁਣ ਤੱਕ ਫਰਕ ਕੋਈ ਨਹੀਂ ਹੈ। ਠੀਕ ਹੈ ਕਿ ਸਮੇਂ ਮੁਤਾਬਕ ਅਵੇਅਰਨੈਸ ਵੱਧਦੀ ਹੈ, ਪਰ ਉਦੋਂ ਵੀ ਬਹੁਤ ਕੰਪੀਟੀਸ਼ਨ ਸੀ, ਅੱਜ ਵੀ ਬਹੁਤ ਕਹਿੰਦੇ ਆ। ਪੰਜਾਬ ਦੇ ਬੱਚੇ ਆਉਂਦੇ ਨੇ, ਬਹੁਤ ਪੜ੍ਹਦੇ ਨੇ ਪੰਜਾਬ ਦੇ ਬੱਚੇ ਵੀ ਸਿਵਲ ਸਰਵਿਸ। ਜਦੋਂ ਤੁਹਾਡੀ ਅਸੀਂ ਗੱਲ ਕਰੀਏ, ਜਦੋਂ ਪਹਿਲਾ ਦਿਨ ਸੀਗਾ, ਉਹ ਕਿਹੜਾ ਦਿਨ ਸੀਗਾ ਤੁਹਾਨੂੰ ਯਾਦ ਹੋਣਾ ਮੈਨੂੰ ਲੱਗਦਾ, ਕਿਉਂਕਿ ਉਹ ਬੜਾ ਅਹਿਮ ਪਲ ਹੁੰਦਾ ਜਦੋਂ ਬੰਦਾ ਆਈਏਐਸ ਬਣ ਕੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦਾ ਹੈਗਾ। ਨਹੀਂ, ਮੈਂ ਤੁਹਾਨੂੰ ਪਹਿਲਾਂ ਦੱਸਿਆ, ਮੈਂ ਪਹਿਲਾਂ ਫੂਡ ਸਪਲਾਈ ਅਫਸਰ ਜੁਆਇਨ ਕੀਤਾ ਸੀ ਪੀਸੀਐਸ ਵਾਲੇ ਪਾਸੇ। ਹਾਂ, ਫਿਰ ਮੈਂ ਪੀਸੀਐਸ ਐਗਜ਼ੈਕਟਿਵ ਦੇ ਵਿੱਚ ਆ ਗਿਆ। ਪਟਿਆਲੇ ਮੈਂ 2 ਵਾਰੀ ਐਸਡੀਐਮ ਰਿਹਾ, ਸਮਾਣਾ ਐਸਡੀਐਮ ਰਿਹਾ। ਥੋੜੇ ਜਿਹੇ ਸਮੇਂ ਵਾਸਤੇ ਮੈਂ ਏਸੀ ਗ੍ਰੀਵੈਂਸ ਜਾਂ ਏਸੀ ਜਨਰਲ ਕਹਿ ਲਓ, ਸ਼ੁਰੂਆਤੀ ਮੇਰੇ ਉਹ ਪੋਸਟਿੰਗ ਸੀ। ਫਿਰ 12 ਦੇ ਵਿੱਚ ਮੈਂ ਏਡੀਸੀ ਵੀ ਰਿਹਾ ਪਟਿਆਲਾ, ਬੜਾ ਥੋੜਾ ਜਿਹਾ। ਮੇਰੀ ਜ਼ਿਆਦਾ ਪੋਸਟਿੰਗ ਫਿਰ ਪਟਿਆਲੇ ਤੋਂ ਬਾਅਦ ਲੁਧਿਆਣੇ ਦੀ ਰਹੀ ਹੈ ਜੀ। ਲੁਧਿਆਣੇ ਵੀ ਮੈਂ ਐਸਡੀਐਮ ਈਸਟ ਰਿਹਾ, ਵੈਸਟ ਰਿਹਾ,
DTO ਰਿਹਾ, ਇੱਥੇ ਵੀ ਮੈਂ 2 ਵਾਰੀ ADC ਰਿਹਾ, ਕਾਰਪੋਰੇਸ਼ਨ ਦੇ ਵਿੱਚ ਐਡੀਸ਼ਨਲ ਕਮਿਸ਼ਨਰ ਰਿਹਾ, ਗਲਾਡਾ ਦੇ ਵਿੱਚ ਮੈਂ ACA ਰਿਹਾ ਇੱਥੇ। ਤੇ ਜਿਹੜੀ ਮੇਰੀ ਲਾਸਟ ਪੋਸਟਿੰਗ ਸੀ 2007 ਵਿੱਚ ਦਾ ਬੈਚ ਮੈਨੂੰ ਮਿਲਿਆ ਸੀ IAS ਦਾ ਜੀ। ਤੇ ਫਿਰ ਮੈਂ DC ਮੋਗਾ ਸੀ। 1 ਦਸੰਬਰ 2016 ਨੂੰ ਮੈਂ DC ਮੋਗਾ ਤੋਂ ਰਿਜ਼ਾਈਨ ਕੀਤਾ ਸੀ। IAS ਦੀ ਨੌਕਰੀ ਤੋਂ ਮੈਂ ਪ੍ਰੀ ਮੈਚਿਓਰ ਰਿਟਾਇਰਮੈਂਟ ਲਈ ਸੀ। ਹਾਲੇ ਤਾਂ ਮੇਰੇ 5 ਸਾਲ 4.5 5 ਸਾਲ ਰਹਿੰਦੇ ਸੀ ਰਿਟਾਇਰਮੈਂਟ ਦੇ, ਪਰ ਮੈਂ ਫਿਰ ਪੋਲਿਟਿਕਸ ਵਿੱਚ ਆ ਗਿਆ ਕਿਉਂਕਿ ਮੇਰੇ ਫਾਦਰ ਪੋਲਿਟਿਕਸ ਸੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਨੂੰ ਦੋ ਲਾਈਨਾਂ ਦੇ ਵਿੱਚੋਂ ਚੂਜ਼ ਕਰਨ ਨੂੰ ਮਿਲਿਆ ਕਿ ਜਾਂ ਤਾਂ ਸਿਵਲ ਸਰਵਿਸਿਜ਼ ਜਾਂ ਲਾਅ ਕਰਕੇ ਪ੍ਰੈਕਟਿਸ ਐਂਡ ਪੋਲਿਟਿਕਸ। ਉਹ ਵਾਹਿਗੁਰੂ ਦੀ ਮਿਹਰ ਨਾਲ, ਮਾਂ ਪਿਓ ਦੇ ਆਸ਼ੀਰਵਾਦ ਨਾਲ ਉਹ ਦੋਨੋਂ ਚੀਜ਼ਾਂ ਹੀ ਹੋ ਗਈਆਂ। ਵੈਸੇ ਕਦੇ ਰਿਗਰੈਟ ਤਾਂ ਨਹੀਂ ਰਿਹਾ ਕਿ IAS ਵਾਲੀ ਕੰਮ ਛੱਡਤਾ, ਪੋਲਿਟਿਕਸ ਵਾਲੇ ਪਾਸੇ ਆਏ? ਕਿਉਂਕਿ ਇਧਰਲੇ ਪਾਸੇ ਸਿੱਧੇ ਸ਼ਬਦਾਂ 'ਚ ਪੰਜਾਬੀ ਠੇਠ ਭਾਸ਼ਾ ਜਿਹਾ ਅਸੀਂ ਕਹਿ ਲਈਏ ਤਾਂ ਖਿੱਚਾਤਾਣੀ ਵੀ ਬੜੀ ਹੁੰਦੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਰ ਮੈਂ ਜ਼ਿੰਦਗੀ 'ਚ ਕਦੇ ਰਿਗਰੈਟ ਨਹੀਂ ਰੱਖਿਆ। ਮੈਂ ਆਪਣੇ ਹਮੇਸ਼ਾ ਜਿਹੜੇ ਮੇਰੇ ਕੋਲੇ ਸਟੂਡੈਂਟਸ ਪੜ੍ਹਨ ਵੀ ਆਉਂਦੇ, ਮੈਂ ਪੜ੍ਹਾਉਂਦਾ ਵੀ ਹਾਂ, ਤੇ ਮੈਂ ਉਹਨਾਂ ਨੂੰ ਕਦੇ ਇਹ ਲਾਈਫ 'ਚ ਕਿਹਾ ਵੀ ਜਿਹੜਾ ਫੈਸਲਾ ਲੈ ਲਿਆ, ਜੇ ਕਿਤੇ ਉਹ ਫੈਸਲਾ ਗਲਤ ਹੋ ਗਿਆ ਤੇ ਪਛਤਾਉਣਾ ਨਹੀਂ, ਉਦੋਂ ਤੋਂ ਲੈਸਨ ਲੈ ਕੇ ਅੱਗੇ ਚੱਲ। ਰਿਗਰੈਟ ਨਹੀਂ ਜ਼ਿੰਦਗੀ 'ਚ ਰੱਖਣਾ। ਵਾਹਿਗੁਰੂ ਦੀ ਆਪਣੇ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਇੰਨੀ ਸਿੱਖਿਆ ਮਿਲਦੀ ਹੈ, ਸੈਟੀਸਫੈਕਸ਼ਨ ਦਾ ਮਸਲਾ। ਪਛਤਾਉਣਾ ਨਹੀਂ ਕਦੇ, ਰਿਗਰੈਟ ਨਹੀਂ ਕਦੇ ਕਰਨਾ, ਅੱਗੇ ਤੁਰੋ। ਬਹੁਤ ਕੁਛ ਹੈ, ਬਹੁਤ ਵੱਡਾ ਸੰਸਾਰ ਹੈ। ਤੁਹਾਡੀ ਅਸੀਂ ਗੱਲ ਕਰੀਏ, ਤੁਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ, ਵੱਖ-ਵੱਖ ਅਹੁਦਿਆਂ ਤੇ ਵੀ ਰਹੇ। ਇਦਾਂ ਦਾ ਪਲ ਜਦੋਂ ਲੱਗਿਆ ਹੋਵੇ ਵੀ ਵੈਦ ਸਿਆਂ ਕਿੱਥੇ ਫਸ ਗਏ? ਨਹੀਂ, ਇਸ ਤਰ੍ਹਾਂ ਦਾ ਤਾਂ ਕਦੇ ਨਹੀਂ ਲੱਗਿਆ ਕਿ ਮੈਂ ਕਦੇ ਫਸਿਆ, ਪਰ ਕਾਫੀ ਇਨਸੀਡੈਂਟ ਸਿਵਲ ਸਰਵਿਸ ਦੇ ਵਿੱਚ ਹੁੰਦੇ ਆ, ਕਿਉਂਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੁਹਾਨੂੰ ਬੜੀਆਂ ਜ਼ਿੰਮੇਵਾਰੀਆਂ ਇਹੋ ਜਿਹੀਆਂ ਵੀ ਨਿਭਾਉਣੀਆਂ ਪੈਂਦੀਆਂ ਜਦੋਂ ਲੱਗਦਾ ਕਿ ਮੌਤ ਤੁਹਾਡੇ ਸਾਹਮਣੇ ਖੜੀ ਹੈ। 3-4 ਐਸੇ ਮੇਰੀ ਲਾਈਫ ਦੇ ਵਿੱਚ ਵੀ, ਨੌਕਰੀ 'ਚ ਵੀ ਇਨਸੀਡੈਂਟ ਹੋਏ। ਅਸੀਂ ਅੰਡਰ ਟ੍ਰੇਨਿੰਗ ਸੀ। ਤੁਹਾਨੂੰ ਪਤਾ ਕਿ ਪਟਿਆਲੇ ਘੱਗਰ ਦਰਿਆ ਬਹੁਤ ਨੋਨ ਹੈ, ਤੇ ਅਗਸਤ ਸਤੰਬਰ ਅਕਤੂਬਰ 'ਚ ਉੱਥੇ ਹਰ ਸਾਲ ਹੜ੍ਹ ਆਉਂਦੇ ਨੇ। ਅਸੀਂ ਰੈਸਕਿਊ ਆਪਰੇਸ਼ਨ ਤੇ ਸੀਗੇ ਉੱਥੇ। ਕਿਸ਼ਤੀ ਨਾਲ ਹੀ 2-3 ਪਿੰਡਾਂ ਨੂੰ ਕਨੈਕਟ, 5 ਪਿੰਡਾਂ ਨੂੰ ਕਨੈਕਟ ਕੀਤਾ ਜਾਂਦਾ ਸੀ। ਅਸੀਂ ਜਦੋਂ ਵਾਪਸੀ ਤੇ ਕਿਸ਼ਤੀ ਵਿੱਚ ਆਏ ਤਾਂ ਗਵਰਨਮੈਂਟ ਆਫ ਇੰਡੀਆ ਦੀ ਟੀਮ ਦੇ ਮੈਂਬਰ ਵੀ ਸਾਡੇ ਨਾਲ ਸੀਗੇ, ਜੁਆਇੰਟ ਸੈਕਟਰੀ ਰੈਂਕ ਦੇ ਬੰਦੇ ਵੀ ਸੀ। ਮੈਂ ਸੀ ਉੱਥੇ, ਤੇ ਸਾਡੇ SDM ਸਾਹਿਬ ਸੀ, SDM ਸਮਾਣਾ, ਮੇਰੇ 2 ਬੈਚਮੇਟ ਸੀ, ਇੱਕ ਸਾਡੇ APRO ਸੀ। ਉਹ ਹੋਇਆ ਕਿ ਉਹ ਜਿਹੜੀ ਬੋਟ ਸੀ, ਕਿਉਂਕਿ ਉਹ ਥੱਲੇ ਫਲੋ ਪਾਣੀ ਦਾ ਬਹੁਤ ਹੁੰਦਾ ਸੀ, ਬਹੁਤ ਤੇਜ਼ ਫਲੋ ਹੁੰਦਾ, ਉਹ ਇਦਾਂ ਚੱਪੂ ਵਾਲੀ ਕਿਸ਼ਤੀ ਨਹੀਂ ਸੀ। ਉੱਪਰ ਉਹਨੇ ਇੱਕ ਤਾਰ ਬੰਨੀ ਹੋਈ ਸੀ, ਉਹ ਤਾਰ ਨੂੰ ਫੜ ਕੇ ਇੱਕ ਦੂਜੇ ਪਾਸੇ ਜਾਇਆ ਜਾਂਦਾ ਲੰਘਦੇ ਸੀ। ਉਹ ਹੋਇਆ ਕਿ ਕਿਸ਼ਤੀ ਦੇ ਵਿੱਚ ਪਹਿਲਾਂ ਵੀ ਮਾੜਾ ਮੋਟਾ ਪਾਣੀ ਭਰਦਾ ਸੀ। ਸਾਡਾ ਇੱਕ APRO ਨੂੰ, ਹਾਲਾਂਕਿ ਮੈਂ ਕਿਹਾ ਤੂੰ ਆਪਣੀ ਦੇਖੋ, ਇੱਕ ਮੈਂ ਤੁਹਾਨੂੰ ਕਿੱਥੇ ਇਸ ਗੱਲ ਤੋਂ ਪਹਿਲਾਂ ਦੱਸਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ, ਬਈ ਕਦੇ ਵੀ ਤੁਸੀਂ ਚਾਹੇ ਨਹਿਰ ਵਿੱਚ ਜਾਂ ਸਮੁੰਦਰ 'ਚ ਜਾਂ ਕਿਤੇ ਦਰਿਆ ਵਿੱਚ ਕਿਸ਼ਤੀ 'ਚ ਜਾਂਦੇ ਹੋ, ਕਦੇ ਖੜੇ ਹੋ ਕੇ ਨਹੀਂ ਜਾਣਾ। ਇਹ ਪ੍ਰਿੰਸੀਪਲ, ਹਮੇਸ਼ਾ ਬੈਠ ਕੇ ਜਾਣਾ। ਉਹ ਕਿਤੇ ਪਾਣੀ ਮਾੜਾ ਮੋਟਾ ਕਿਤੇ ਅੰਦਰ ਆਉਂਦਾ ਹੀ ਸੀਗਾ, ਮਾੜਾ ਮੋਟਾ ਲੀਕ ਚੱਲਵਾਜੀ ਰਹੀ ਸੀ। ਉਹ ਜਿਹੜਾ ਸਾਡਾ APRO ਸੀ, ਉਹ ਸਟੈਪ ਲੈ ਕੇ ਮੇਰੇ ਵੱਲ ਨੂੰ ਆ ਗਿਆ। ਉਹ ਇੱਧਰ ਭਾਰ ਵਧਿਆ ਸੀ ਸਾਰੇ ਦਰਿਆ ਦੇ ਵਿੱਚ। 2 ਗਨਮੈਨ ਤਾਂ ਮੈਂ ਦੇਖਿਆ ਵੀ ਰੋੜੀ ਗਏ, ਪੈਰ ਪੂਰ ਤਾਂ ਕਿਸੇ ਦੇ ਲੱਗੇ ਨਹੀਂ। ਉਹ ਸਾਡੇ SDM ਦੇ ਹੱਥ 'ਚ ਉਹ ਜਿਹੜੀ ਤਾਰ ਸੀ ਉਹ ਫੜੀ ਰਹਿ ਗਈ। ਅਸੀਂ ਸਾਰਿਆਂ ਨੇ ਉਹਨੂੰ ਘੁੱਟ ਕੇ ਫੜ ਲਿਆ। ਪਰ ਮੈਂ ਦਾਦ ਦਿਨਾ ਉੱਥੋਂ ਦੇ ਪਿੰਡਾਂ ਦੇ ਲੋਕਾਂ ਦਾ ਅੱਜ ਵੀ, ਕਿ ਈਵਨ ਛੋਟੇ ਬੱਚਿਆਂ ਨੇ ਵੀ ਦਰਿਆ 'ਚ ਛਾਲ ਮਾਰ ਦਿੱਤੀ, ਸਾਨੂੰ ਕੱਢ ਕੇ ਲੈ ਗਏ। ਗਨਮੈਨ ਸਾਡੇ ਬਚ ਗਏ, ਉਹਨਾਂ ਨੂੰ ਹਸਪੀਟਲਾਈਜ਼ ਕੀਤਾ। ਸਾਡਾ APRO ਨੂੰ ਵੀ ਹਸਪੀਟਲਾਈਜ਼ ਕਰਨਾ ਪਿਆ। ਸੋ ਇਹ ਬੜਾ ਵੱਡਾ ਸੀ, ਉਦੋਂ ਕੁਝ ਵੀ ਹੋ ਸਕਦਾ ਸੀ। ਅੰਡਰ ਟ੍ਰੇਨਿੰਗ ਸੀ, ਕੱਲਾ ਮਾਂ ਪਿਓ ਦਾ ਮੁੰਡਾ ਸੀ, ਹੋਰ ਕੋਈ ਬ੍ਰਦਰ ਸਿਸਟਰ ਨਹੀਂ ਸੀ, ਰੁੜ ਜਾਂਦਾ, ਪਤਾ ਥੋੜੀ ਲੱਗਦਾ, ਕਿਸ ਨੇ ਪੁੱਛਣਾ ਵੀ ਨਹੀਂ ਸੀ। ਨਾ ਸੋ ਉਹ ਇੱਕ ਇਨਸੀਡੈਂਟ ਲਾਈਫ 'ਚ ਅੱਜ ਵੀ ਜਦੋਂ ਯਾਦ ਕਰੀਦਾ ਤੇ ਲੂ ਕੰਡੇ ਖੜੇ ਹੋ ਜਾਂਦੇ। ਉਹ ਸੌਖਾ ਨਹੀਂ ਹੁੰਦਾ IAS ਬਣ ਕੇ ਲੋਕਾਂ ਦੇ ਵਿੱਚ ਵਿਚਰਨਾ। ਨਹੀਂ, ਐਡਮਿਨਿਸਟ੍ਰੇਸ਼ਨ ਦੇ ਵਿੱਚ ਤਾਂ ਤੁਹਾਨੂੰ ਹਰ ਰੋਜ਼ ਚੁਣੌਤੀਆਂ ਨੇ। ਇਹੋ ਜਿਹੇ ਇਨਸੀਡੈਂਟ ਇਕੱਲੇ ਮੇਰੇ ਹੀ ਨਹੀਂ, ਜਿਹੜੇ ਮੇਰੇ ਨਾਲ ਕੋਲੀਗਸ ਨੇ ਉਹਨਾਂ ਨੇ ਵੀ ਬਹੁਤ ਇਹੋ ਜਿਹੇ ਇਨਸੀਡੈਂਟ ਫੇਸ ਕੀਤੇ। ਅਕਸਰ ਵੈਸੇ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ, ਬੜੀ ਮੈਨੂੰ ਲੱਗਦਾ ਕਿ ਬੜੀ ਅਹਿਮ ਚੀਜ਼ ਹੈ, ਅਹਿਮ ਬੜਾ ਹਿੱਸਾ ਹੈਗਾ ਜ਼ਿੰਦਗੀ ਦਾ। IAS ਅਫਸਰਾਂ ਦੇ ਨਾਲ, ਜਾਣੀ ਕਿ ਅਫਸਰਸ਼ਾਹਾਂ ਦੇ ਨਾਲ ਹਮੇਸ਼ਾ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਰਿਹਾ ਕਿ ਉਹ ਸਿੱਧੇ ਤੌਰ ਤੇ ਆਮ ਲੋਕਾਂ ਦੇ ਵਿੱਚ ਬਹੁਤ ਘੱਟ ਵਿਚਰਦੇ। ਇੱਕ ਬੜਾ ਵੱਡਾ ਗੈਪ ਹੁੰਦਾ। ਪਰ ਜਿਹੜੀ ਤੁਸੀਂ ਉਦਾਹਰਨ ਦਿੱਤੀ, ਮੈਨੂੰ ਲੱਗਦਾ ਕਿ ਇਹ ਤਾਂ ਬੜੀ ਗਰਾਊਂਡਡ ਉਦਾਹਰਨ ਹੈਗੀ। ਇੱਥੇ ਆਮ ਲੋਕਾਂ ਦੇ ਵਿੱਚ ਤੁਸੀਂ ਵਿਚਰ ਰਹੇ ਹੋਣੇ ਆ, ਹਾਲਾਤ ਜਾਣ ਰਹੇ ਹੋਣੇ ਆ, ਉਹ ਗੈਪ ਮੁੱਕ ਜਾਂਦਾ ਫਿਰ ਉੱਥੇ ਆਣ ਕੇ। ਨਹੀਂ, ਗੈਪ ਦੇਖੋ, ਹਰ ਅਫਸਰ ਦੀ ਆਪੋ ਆਪਣੀ ਵਰਕਿੰਗ ਹੈ। ਮੇਰੀ ਵਰਕਿੰਗ ਹਮੇਸ਼ਾ ਤੋਂ ਹੀ ਰਹੀ ਕਿ ਮੈਂ ਹਮੇਸ਼ਾ ਪਬਲਿਕ ਦੇ ਨਾਲ ਬਹੁਤ ਅਟੈਚਡ ਰਿਹਾ। ਬੜੇ ਐਸੇ ਇਨਸੀਡੈਂਟ ਅਸੀਂ ਟਾਲ ਦਿੱਤੇ ਕਿ ਮੇਰਾ ਲਾਈਜ਼ਨ ਪਬਲਿਕ ਦੇ ਨਾਲ ਬਹੁਤ ਸੀ। ਮੈਂ ਤੁਹਾਨੂੰ ਦੱਸੂਗਾ, ਲੁਧਿਆਣਾ ਦੇ ਵਿੱਚ ਜਦੋਂ ਮੈਂ ਆਇਆ, ਈਵਨ ਜਦੋਂ ਮੈਂ ਉੱਥੇ ਫੂਡ ਸਪਲਾਈ ਵਿੱਚ ਸੀ, ਇੱਕ ਹੋਰ ਇਨਸੀਡੈਂਟ, ਘਨੌਰ ਗੈਸ ਕਾਂਡ ਹੋਇਆ ਸੀ, ਗੈਸ ਦਾ ਟਰੱਕ ਉਲਟ ਗਿਆ ਜੀ, 50-60 ਬੰਦਿਆਂ ਦੀ ਮੌਤ ਹੋ ਗਈ ਸੀ। ਉੱਥੇ ਸਾਰੇ ਜੇ ਸਾਡੇ ਅਫਸਰ ਸੀ, ਉੱਥੇ ਪਹੁੰਚ ਕੇ ਰੈਸਕਿਊ ਆਪਰੇਸ਼ਨ, ਹਸਪੀਟਲ, ਸਾਰਾ ਇਹ ਸਾਰਾ ਕੁਝ ਮੈਨੇਜ ਐਡਮਿਨਿਸਟ੍ਰੇਟਰ ਨੂੰ ਕਰਨਾ ਪੈਂਦਾ, ਚਾਹੇ ਉਹ SDM ਹੋਵੇ, ਚਾਹੇ ADC ਹੋਵੇ, ਈਵਨ ਸਾਡੇ ਤਹਿਸੀਲਦਾਰ, ਸਾਡੇ ਨੈਬ ਤਹਿਸੀਲਦਾਰ, ਸਾਡੇ ਪਟਵਾਰੀ ਕਾਨੂੰਗੋ। ਇੱਕ
ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਨੇ। ਇਸੇ ਤਰ੍ਹਾਂ ਹੀ ਮੈਂ ਲੁਧਿਆਣੇ ਆਇਆ, ਲੁਧਿਆਣੇ ਮੈਂ ਐਸਡੀਐਮ ਸੀ। ਸਾਡੇ ਇੱਥੇ ਇੱਕ ਬਹੁਤ ਹੀ ਇੰਪੋਰਟੈਂਟ ਮੰਦਿਰ ਹੈ ਜੀ ਜਗਰਾਉਂ ਬ੍ਰਿਜ ਦੇ ਨਾਲ, ਉੱਥੇ ਕੁਝ ਇਹੋ ਜਿਹਾ ਵਾਕਿਆ ਹੋ ਗਿਆ ਕਿ ਜਿਹੜੇ ਸਾਡੇ ਸ਼ਿਵ ਸੈਨਾ ਵਾਲੇ ਸੀ ਇਹਨਾਂ ਨੇ ਆ ਕੇ ਉੱਥੇ ਬੜਾ ਹੱਲਾ ਗੁੱਲਾ ਕੀਤਾ। ਉੱਥੇ ਇੱਟਾਂ ਪੱਥਰ ਚੱਲ ਗਏ। ਸਰਦਾਰ ਸੁਖਵੀਰ ਸਿੰਘ ਸੰਧੂ ਇੱਥੇ ਕਮਿਸ਼ਨਰ ਹੁੰਦੇ ਸੀਗੇ ਜੀ, ਤੇ ਮੈਂ ਐਸਡੀਐਮ ਨਹੀਂ ਸੀ ਉਹਨਾਂ ਦੇ ਨਾਲ। ਮੈਨੂੰ ਮੇਰੇ ਕੰਨ 'ਚ ਗਨਮੈਨ ਨੇ ਦੱਸਿਆ ਕਿ ਸਰ ਉਹ ਜਿਹੜੇ 20 ਬੰਦੇ ਜਾ ਰਹੇ ਆ ਉਹ ਕਮਿਸ਼ਨਰ ਸਾਹਿਬ ਦੀ ਕੋਠੀ ਨੂੰ ਅੱਗ ਲਾਉਣ ਜਾ ਰਹੇ ਆ। ਯਕੀਨ ਕਰਿਓ ਆ ਗੱਲ ਸੁਣਦਿਆਂ ਸਾਰ ਮੈਨੂੰ ਨਹੀਂ ਪਤਾ ਮੇਰੇ ਨਾਲ ਕਿੰਨੇ ਬੰਦੇ ਹੋਰ ਭੱਜੇ ਜਾਂ ਪੁਲਿਸ ਵਾਲੇ ਭੱਜੇ, ਮੈਂ ਉਹਨਾਂ ਦੇ ਕੋਲੇ ਜਾ ਕੇ ਇਦਾਂ ਖੜ ਗਿਆ। ਮੈਂ ਉਹਦੇ ਕੰਨ 'ਚ ਇੱਕ ਗੱਲ ਕਹੀ, ਸ਼ਿਵ ਸੈਨਾ ਦੇ ਲੀਡਰ ਦੇ ਮੁੰਡੇ ਦੇ, ਮਿਸਟਰ ਤਾਂਗੜੀ ਦੇ ਮੁੰਡੇ ਦੀ ਗੱਲ ਕਰ ਰਿਹਾ। ਮੈਂ ਕਿਹਾ ਮਿੱਤਰਾ, ਜੇ ਤੁਸੀਂ ਅੱਗੇ ਚਲੇ ਗਏ ਫਿਰ ਇਹ ਨਾ ਸੋਚਿਓ ਵੀ ਤੁਹਾਨੂੰ ਅਸੀਂ ਵਾਪਸ ਸੁੱਕ ਕੇ ਮੁੜਨ ਦਿਆਂਗੇ। ਕਮਿਸ਼ਨਰ ਸਾਹਿਬ ਉੱਥੇ ਸੀ ਜਾਂ ਨਹੀਂ ਮੈਨੂੰ ਨਹੀਂ ਪਤਾ, ਪਰ ਉਹਦਾ ਪਰਿਵਾਰ ਤਾਂ ਉੱਥੇ ਸੀ। ਖੈਰ ਮੈਂ ਧੰਨਵਾਦੀ ਹਾਂ ਤਾਂਗੜੀ ਸਾਹਿਬ ਦੇ ਮੁੰਡੇ ਦਾ, ਉਹਨੇ ਮੇਰੀ ਇਹ ਗੱਲ ਸੁਣ ਕੇ ਬਾਕੀ ਸਾਰੇ ਜਿਹੜਾ ਹਜੂਮ ਜਾ ਰਿਹਾ ਸੀ ਉਹਨਾਂ ਨੂੰ ਰੋਕਿਆ। ਅਸੀਂ ਫਿਰ ਉਹਨਾਂ ਨੂੰ ਪੈਦਲ ਵਾਪਸ ਉੱਥੇ ਚੌਕ ਦੇ ਵਿੱਚ ਲੈ ਕੇ ਆਏ ਮੰਦਿਰ ਕੋਲ। ਸੋ ਇਹੋ ਜਿਹੇ ਫਿਰ ਉਸ ਤੋਂ ਬਾਅਦ ਇੱਟਾਂ ਚੱਲ ਗਈਆਂ, ਮੇਰੇ ਵੀ ਇੱਟ ਲੱਗੀ, ਸਾਡੇ ਐਮਪੀ ਹੁੰਦੇ ਸੀ ਉਹਨਾਂ ਦੇ ਵੀ ਇੱਟ ਲੱਗੀ। ਸੋ ਉਹ ਮਸਲਾ ਸੀ। ਫਿਰ ਉਦੋਂ ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ, ਡੀਸੀਸੀ ਮਿਸਟਰ ਐਸਕੇ ਸੰਧੂ, ਅਸੀਂ ਫਿਰ ਸਾਰਾ ਕੁਝ ਸੀਐਮ ਸਾਹਿਬ ਨੂੰ ਬਰੀਫ ਕਰਕੇ ਉਹ ਸਾਰਾ ਫਿਰ ਮੈਨੇਜ ਕੀਤਾ। ਗੋਲੀ ਚਲਾਉਣ ਦੇ ਵੀ ਹੁਕਮ ਦੇਣੇ ਪਏ? ਨਹੀਂ, ਉੱਥੇ ਗੋਲੀ ਚਲਾਉਣ ਦੇ ਹੁਕਮ ਨਹੀਂ ਦੇਣੇ ਪਏ। ਗੋਲੀ ਚਲਾਉਣ ਦੇ ਹੁਕਮ ਦੇਣੇ ਪਏ ਜਦੋਂ ਮੈਂ ਏਡੀਸੀ ਲੁਧਿਆਣਾ ਸੀ। ਮਿਸਟਰ ਵਿਕਾਸ ਗਰਗ ਸਾਡੇ ਡੀਸੀ ਸੀ। ਜਿਹੜੇ ਨੂਰ ਮਹਿਲ ਵਾਲੇ ਸੰਤ ਨੇ ਉਹਨਾਂ ਦਾ ਟਕਰਾਓ ਹੋ ਗਿਆ ਸਾਡੇ ਰੈਡੀਕਲ ਜਿਹੜੇ ਸਾਡੀਆਂ ਸਿੱਖ ਜਥੇਬੰਦੀਆਂ, ਬੜਾ ਵੱਡਾ ਇਨਸੀਡੈਂਟ ਹੋਇਆ, ਬਹੁਤ ਚਰਚਾ ਦੇ ਵਿੱਚ ਰਿਹਾ, ਬਹੁਤ ਚਰਚਾ ਦੇ ਵਿੱਚ ਸੀ। ਉਹਦੇ ਵਿੱਚ ਸਾਨੂੰ ਫਾਇਰਿੰਗ ਦਾ ਆਰਡਰ ਕਰਨਾ ਪਿਆ ਸੀ ਕਿਉਂਕਿ ਸਾਡੇ ਕੋਲੇ ਜਿਹੜੀ ਇਨਫੋਰਮੇਸ਼ਨ ਸੀ ਨੂਰ ਮਹਿਲ ਵਾਲਿਆਂ ਨੂੰ ਵੀ ਜਦੋਂ ਪਤਾ ਲੱਗਿਆ ਸੀ, ਉਹ ਵੀ ਆਪਸ ਵਿੱਚ ਉਹਨਾਂ ਦੇ ਕੋਲੇ ਵੀ ਵੈਪਨ ਸੀਗੇ। ਇਧਰ ਸਾਡੇ ਜਿਹੜੇ ਸਿੰਘ ਸੀਗੇ ਇਹਨਾਂ ਦੇ ਕੋਲੇ ਸਿਰਫ ਇੱਕ ਅੱਧੇ ਕੋਲੇ ਸ਼ਾਇਦ ਪਿਸਤੌਲ ਹੋਏਗਾ, ਬਾਕੀ ਸਾਰਿਆਂ ਕੋਲ ਕਿਰਪਾਨਾਂ ਸੀਗੀਆਂ। ਸਾਨੂੰ ਇਹ ਲੱਗਿਆ ਕਿ ਜੇ ਕਿਤੇ ਇਹ ਟਕਰਾਅ ਹੋ ਗਿਆ ਕਿਤੇ 78 ਵਾਲਾ ਕਾਂਡ ਨਾ ਹੋ ਜਾਵੇ। ਵੈਸੇ ਬੜੀ ਅਹਿਮ ਚੀਜ਼ ਆ, ਜਿਵੇਂ ਤੁਸੀਂ ਇਹ ਦੱਸ ਰਹੇ ਹੋ ਕਿ ਐਡਮਿਨਿਸਟ੍ਰੇਸ਼ਨ ਦੇ ਹੱਥ ਪਾਵਰ ਹੁੰਦੀ ਹੈ, ਇਹ ਗੋਲੀ ਚਲਾਉਣ ਦੇ ਹੁਕਮ ਕਿਸ ਤਰੀਕੇ ਨਾਲ ਮਿਲਦਾ, ਕਿਉਂਕਿ ਇਹਨੂੰ ਲੈ ਕੇ 2015 ਤੋਂ ਬਾਅਦ ਬਹੁਤ ਵੱਡੇ ਸਵਾਲ ਉੱਠੇ ਹੋਏ ਨੇ ਕਿ ਗੋਲੀ ਚਲਾਉਣ ਦੇ ਹੁਕਮ ਦਿੰਦਾ ਕੌਣ ਹੈਗਾ ਜਾਂ ਮੌਕੇ ਦਾ ਅਫਸਰ ਆਪਣੇ ਹੱਥ ਫੈਸਲਾ ਲੈਂਦਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਹੋਰ ਬਰੀਫ ਕਰ ਦਿਆਂ। ਉਸ ਇਨਸੀਡੈਂਟ ਦੇ ਵਿੱਚ ਬਿਲਕੁਲ ਸਾਡੇ ਜਿਹੜੇ ਸਿੰਘ ਸਹਿਬਾਨ ਸੀਗੇ ਉਹ ਬਿਲਕੁਲ, ਜੇ ਤੁਸੀਂ ਵੀਡੀਓ ਵੇਖੋ ਅੱਜ ਵੀ YouTube ਤੇ ਲੁਧਿਆਣਾ ਕਾਂਡ ਦੇ ਕਰਕੇ ਵੀਡੀਓ ਪਈ ਆ, ਉਹ ਬਿਲਕੁਲ ਸਾਡੇ ਨਾਲ ਆ ਕੇ ਇਦਾਂ ਖੜ ਗਏ ਕਿ ਕਿਰਪਾਨ ਜਿਵੇਂ ਮਾਰਨੀ ਹੁੰਦੀ ਹੈ। ਉਦੋਂ ਸਾਨੂੰ ਫਿਰ ਸਾਡਾ ਜਿਹੜਾ ਉੱਥੇ ਡਿਊਟੀ ਮੈਜਿਸਟ੍ਰੇਟ ਸੀ ਉਹਨੂੰ ਅਸੀਂ ਫਾਇਰਿੰਗ ਦੇ ਆਰਡਰ ਦਿੱਤੇ। ਉਹਨੂੰ ਕਿਹਾ, ਕਿਉਂਕਿ ਉਹਨੇ ਫਾਇਰਿੰਗ ਦੇ ਆਰਡਰ ਦੇਣੇ ਸੀਗੇ ਕਿ ਤੁਸੀਂ ਜਾਂ ਤਾਂ ਉੱਪਰ ਗੋਲੀ ਚਲਾਓ ਜਾਂ ਸੜਕ 'ਚ ਗੋਲੀ ਚਲਾਓ, ਸਿੱਧੀ ਕਿਸੇ ਦੇ ਨਹੀਂ। ਬਾਈ ਚਾਂਸ ਇੱਕ ਦਰਸ਼ਨ ਸਿੰਘ ਸੀਗਾ ਆਟੋ ਰਿਕਸ਼ਾ ਚਾਲਕ, ਉਹਦੇ ਗੋਲੀ ਰਿਬਾਊਂਡ ਹੋ ਕੇ ਇੱਥੇ ਲੱਗ ਗਈ, ਥੱਲੇ ਵੱਜ ਕੇ। ਹਾਂ, ਉਹਦੀ ਇੱਕ ਡੈਥ ਹੋਈ ਸੀ। ਬਾਕੀ 6-7 ਬੰਦੇ ਸੀ ਜਿਹੜੇ ਉਹਨਾਂ ਇੰਜਰਡ ਹੋਏ ਸੀ, ਛਰੇ ਛੁਰੇ ਲੱਗੇ। ਤੇ ਉਹ ਇੱਕ ਬਹੁਤ ਵੱਡਾ, ਮੈਨੂੰ ਅੱਜ ਤੱਕ ਵੀ ਯਾਦ ਹੈ ਕਿ ਮੈਂ ਤੇ ਡੀਸੀ ਸਾਹਿਬ ਵਿਕਾਸ ਗਰਗ 3 ਦਿਨ ਸੁੱਤੇ ਹੀ ਨਹੀਂ ਗਏ। 3 ਦਿਨ ਪਤਾ ਹੀ ਨਹੀਂ। ਨਾਲ ਸਾਡੇ ਪੁਲਿਸ ਅਫਸਰ ਵੀ ਸੀਗੇ, ਡੀਜੀਪੀ ਸੀਗੇ ਮੇਰੇ ਖਿਆਲ ਸ਼ਾਇਦ ਉਸ ਟਾਈਮ ਮਿਸਟਰ ਰਾਜਦੀਪ ਸਿੰਘ। ਇਹ ਫਿਰ ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਤੁਹਾਡਾ ਇੱਕ ਟ੍ਰੇਨਿੰਗ ਦਾ ਸਮਾਂ ਰਿਹਾ ਹੈਗਾ, ਤੁਸੀਂ ਲੋਕਾਂ 'ਚ ਵਿਚਰਦੇ ਰਹੇ ਹੈਗੇ, ਉਸ ਦੌਰਾਨ ਸਾਰੀਆਂ ਪੜ੍ਹਾਈ ਦੇ ਦੌਰਾਨ ਵੀ ਜਦੋਂ ਆਪਾਂ IAS ਕਰਦੇ ਹਾਂ ਉਹਦੇ ਦੌਰਾਨ ਦੱਸਿਆ ਜਾਂਦਾ ਵੀ ਆਹ ਵਾਲੀ ਘੜੀ ਜਦੋਂ ਖੜੀ ਹੋ ਗਈ ਉਸ ਤੋਂ ਬਾਅਦ ਗੋਲੀ ਚਲਾਉਣ ਦੇ ਹੁਕਮ ਦੇਣੇ, ਉਹ ਵੀ ਥੱਲੇ ਜਾਂ ਉੱਪਰ ਨੂੰ। ਦੇਖੋ ਟ੍ਰੇਨਿੰਗ ਜਿਹੜੀ ਹੈ ਇਹ ਆਟੋਮੈਟਿਕ ਫੀਲਡ 'ਚ ਹੀ ਹੁੰਦੀ ਹੈ, ਮੌਕੇ ਤੇ ਹੁੰਦੀ ਆ ਵੀ ਕਿਹੋ ਜਿਹਾ ਮੌਕਾ ਹੋਣਾ ਚਾਹੀਦਾ। ਇਹ ਜਿਹੜੇ ਮੌਕੇ ਦੇ ਅਫਸਰ ਹੁੰਦੇ ਆ, ਜਿੱਦਾਂ ਹੁਣ ਡੀਸੀ ਨੂੰ ਤੇ ਸਾਨੂੰ ਪਤਾ ਸੀਗਾ ਕਿ ਵੀ ਇਹ ਅਸੀਂ ਉਸੇ ਟਾਈਮ ਡਿਊਟੀ ਮੈਜਿਸਟ੍ਰੇਟ ਲਾਏ ਹੋਏ ਸੀ ਸਾਰੇ ਪਾਸੇ, ਕਿਤੇ ਐਸਡੀਐਮ ਲਾਏ ਹੋਏ ਸੀ, ਕਿਤੇ ਤਹਿਸੀਲਦਾਰ ਲਾਏ ਹੋਏ ਸੀ, ਕਿਤੇ ਏਡੀਸੀ ਲਾਏ ਹੋਏ ਸੀ। ਉਹ ਫਿਰ ਜਿਸ ਏਰੀਏ ਵਿੱਚ ਚਾਹੇ ਉੱਥੇ ਡੀਸੀ ਖੜਾ ਹੋਵੇ ਜਾਂ ਏਡੀਸੀ ਹੋਵੇ ਜਾਂ ਐਸਡੀਐਮ ਹੋਵੇ, ਜਿਹੜਾ ਵੀ ਉੱਥੇ ਮੌਕੇ ਦਾ ਡਿਊਟੀ ਮੈਜਿਸਟ੍ਰੇਟ ਅਫਸਰ ਹੈ ਉਹ ਫਿਰ ਆਰਡਰ ਕਰਦਾ ਮੌਕੇ ਦੇ ਮੁਤਾਬਕ ਦੇਖ ਕੇ ਇਹਦੇ ਤੇ ਗੋਲੀ ਚਲਾਈ ਜਾਂਦੀ। ਜਾਣੀ ਕਿ ਪੋਲੀਟੀਸ਼ੀਅਨ ਦਾ ਉਨਾ ਹੱਥ ਨਹੀਂ ਹੁੰਦਾ ਜਿੰਨਾ ਮੌਕੇ ਦੇ ਮੌਜੂਦ। ਪੋਲੀਟੀਸ਼ੀਅਨ ਦਾ ਉਹਦੇ ਵਿੱਚ ਕੋਈ ਹੱਥ ਨਹੀਂ ਹੁੰਦਾ। ਉਹ ਮੌਕੇ ਦੇ ਉੱਤੇ ਅਫਸਰਾਂ ਨੇ ਹੀ ਡਿਸੀਜਨ ਲੈਣਾ ਹੁੰਦਾ, ਪੁਲਿਸ ਅਫਸਰਾਂ ਨੇ ਤੇ ਜਿਹੜੇ ਮੌਕੇ ਦੇ ਡਿਊਟੀ ਮੈਜਿਸਟ੍ਰੇਟ ਹੈ ਕਿ ਕਿਹੋ ਜਿਹੇ ਹਾਲਾਤ ਨੇ। ਪੋਲੀਟੀਸ਼ੀਅਨ ਤਾਂ ਆਪਣਾ ਕਿਤੇ ਚੰਡੀਗੜ੍ਹ ਬੈਠਾ, ਕਿਤੇ ਹੋਰ ਬੈਠਾ। ਹਾਂ, ਮੌਕੇ ਦੇ ਜਿਹੜੇ ਚੀਫ ਮਿਨਿਸਟਰ ਹੁੰਦੇ ਆ ਜਾਂ ਮੌਕੇ ਦੇ ਉਹ ਇਨ ਟੱਚ ਜ਼ਰੂਰ ਹੁੰਦੇ ਆ ਪੁਲਿਸ ਅਫਸਰਾਂ ਨਾਲ ਤੇ ਡੀਸੀ ਨਾਲ ਵੀ ਕਿਹੋ ਜਿਹੇ ਹਾਲਾਤ ਨੇ। ਐਕਚੁਅਲ ਮੌਕੇ ਤੇ ਜਿਹੜੇ ਡਿਸੀਜਨ ਆ ਉਹ ਸਾਡੇ ਪੁਲਿਸ ਅਫਸਰ ਤੇ ਜਿਹੜੇ ਸਾਡੇ ਡਿਊਟੀ ਮੈਜਿਸਟ੍ਰੇਟ ਆ ਉਹ ਦਿੰਦੇ। ਗੋਲੀ ਚਲਾਉਣ ਦੇ ਹੁਕਮ ਦੇਣ ਤੋਂ ਬਾਅਦ ਬਿਲਕੁਲ ਰਿਗਰੈਟ ਹੋਇਆ ਕਿ ਨਹੀਂ? ਰਿਗਰੈਟ ਕਿਉਂ ਹੋਣਾ? ਅਸੀਂ ਇੱਕ ਜਾਨ ਗਈ ਉਹਦਾ ਅਫਸੋਸ ਆ ਬਹੁਤ, ਇੱਕ ਜਾਨ ਗਈ ਉਹਦਾ ਬਹੁਤ ਅਫਸੋਸ, ਲੇਕਿਨ ਅਸੀਂ ਆਪਸ ਜੇ ਕਿਤੇ ਕਲੈਸ਼ ਹੋ ਜਾਂਦਾ ਪਤਾ ਨਹੀਂ ਕਿੰਨੇ ਕੁ ਬੰਦੇ ਮਰ ਜਾਂਦੇ।
ਬੜਾ ਔਖਾ ਡਿਸੀਜਨ ਹੁੰਦਾ, ਬਹੁਤ ਔਖਾ ਹੁੰਦਾ। ਅਸੀਂ ਕਿਤੇ ਅਲਾਓ ਕਰ ਦਿੰਦੇ ਉਸ ਮੌਬ ਨੂੰ, ਕਿਉਂਕਿ ਉਹ ਮੌਬ ਨੂਰ ਮਹਿਲ ਵਾਲਿਆਂ ਦੇ ਪ੍ਰੋਗਰਾਮ ਵੱਲ ਨੂੰ ਜਾ ਰਿਹਾ ਸੀ। 700-800 ਬੰਦਾ ਸੀ, ਕਿਸੇ ਦੇ ਹੱਥ ਚਿੱਟਾ ਸੀ, ਕਿਸੇ ਕਿਰਪਾਨਾ, ਕਿਸੇ ਦੇ ਕੁਛ। ਉੱਥੇ ਜਾ ਕੇ ਕਲੈਸ਼ ਹੋ ਜਾਂਦਾ ਤੇ ਤੁਸੀਂ ਦੇਖੋ ਲੜਾਈ ਦੇ ਵਿੱਚ ਤਾਂ ਕੁਝ ਵੀ ਹੋ ਜਾਂਦਾ। ਵੈਸੇ ਇਦਾਂ ਦੀਆਂ ਜਦੋਂ ਘਟਨਾਵਾਂ ਪੈਦਾ ਹੁੰਦੀਆਂ ਨੇ, ਲੱਗਦਾ ਕਿ ਇਹਨਾਂ ਨੂੰ ਪਹਿਲਾਂ ਹੀ ਟਾਲਿਆ ਜਾ ਸਕਦਾ, ਪੈਦਾ ਹੋਣ ਤੋਂ ਪਹਿਲਾਂ ਹੀ ਟਾਲਿਆ ਜਾ ਸਕਦਾ, ਕਿਉਂਕਿ ਨੂਰ ਮਹਿਲ ਵਾਲਾ ਜਿਹੜਾ ਇੱਕ ਪ੍ਰਚਾਰ ਚੱਲ ਰਿਹਾ ਸੀਗਾ ਉਹਦਾ ਵੀ ਐਡਮਿਨਿਸਟ੍ਰੇਸ਼ਨ ਨੂੰ ਪਤਾ ਸੀਗਾ ਉਸ ਵੇਲੇ, ਜਦੋਂ ਮੈਂ ਉਸ ਘਟਨਾ ਦੀ ਗੱਲ ਕਰਾਂ, ਜਿੰਨਾ ਕੁ ਮੈਨੂੰ ਜਾਣਕਾਰੀ ਹੈਗੀ ਹੈ। ਦੂਸਰੇ ਪਾਸੇ ਜਿਹੜੀਆਂ ਜਥੇਬੰਦੀਆਂ ਅਗਰੈਸਿਵ ਹੋ ਰਹੀਆਂ ਸੀ ਕਿ ਇਸ ਚੀਜ਼ ਨੂੰ ਰੋਕਿਆ ਜਾਵੇ, ਪ੍ਰਸ਼ਾਸਨ ਤੱਕ ਵੀ ਉਹਨਾਂ ਨੇ ਆਪਣੇ ਵੱਲੋਂ ਐਪਲੀਕੇਸ਼ਨਾਂ ਦਿੱਤੀਆਂ ਸੀ, ਤੁਹਾਡੇ ਧਿਆਨ ਦੇ ਵਿੱਚ ਵੀ ਹੋਣੀਆਂ ਚੀਜ਼ਾਂ, ਵੀ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਉਹ ਬੰਦਾ ਰੋਕਿਆ ਜਾਵੇ ਵੀ ਗਲਤ ਕਰ ਰਿਹਾ ਚੀਜ਼ਾਂ। ਲੱਗਦਾ ਨਹੀਂ ਕਿ ਇਹ ਉਸ ਕੰਡੀਸ਼ਨ ਆਉਣ ਤੋਂ ਪਹਿਲਾਂ ਵੀ ਰੋਕੀਆਂ ਜਾ ਸਕਦੀਆਂ ਇਹ ਚੀਜ਼ਾਂ? ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਸਰਦਾਰ ਜਗਤਾਰ ਸਿੰਘ ਇੰਡੀਅਨ ਐਕਸਪ੍ਰੈਸ ਦੇ ਬਹੁਤ ਵੱਡੇ ਰਾਈਟਰ ਹੋਏ ਨੇ, ਉਹਨਾਂ ਨੇ 2 ਬੁੱਕਸ ਲਿਖੀਆਂ ਨੇ, ਰਿਵਰਸ ਔਨ ਫਾਇਰ ਤੇ ਟੈਰਰਿਜ਼ਮ ਇਨ ਪੰਜਾਬ ਨੌਨ ਮੂਵਮੈਂਟ। ਕਿਉਂਕਿ ਉਦੋਂ ਇਹ ਗੱਲ ਜੇ ਆਪਾਂ 78 ਦੀ ਕਰੀਏ, 78 ਵੇਲੇ ਜੋ ਇਨਸੀਡੈਂਟ ਹੋਇਆ ਸੇਮ ਨੂਰ ਮਹਿਲ ਵਾਲਾ ਬਣ ਜਾਣਾ ਸੀ। ਉੱਥੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਮੌਕੇ ਦੇ, ਮੈਨੂੰ ਨਹੀਂ ਉਸ ਟਾਈਮ ਪਤਾ ਕਿ ਸੀਐਮ ਸਾਹਿਬ ਨੂੰ ਦੱਸਿਆ ਗਿਆ ਜਾਂ ਨਹੀਂ, ਲੇਕਿਨ ਜੋ ਤੱਥ ਸਾਹਮਣੇ ਆਏ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ 78 ਵੇਲੇ ਤੇ ਉਦੋਂ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਇਹ ਜਿਹੜਾ ਸਮਾਗਮ ਆ ਨਾ ਹੋਣ ਦਿੱਤਾ ਜਾਵੇ। ਪਰ ਦੂਜੇ ਪਾਸੇ ਆ ਜਾਓ, ਜਿਨ੍ਹਾਂ ਦਾ ਅਸੀਂ ਸਮਾਗਮ ਰੋਕ ਰਹੇ ਹਾਂ ਉਹਨਾਂ ਦਾ ਵੀ ਉਹਨਾਂ ਕੀ ਹੱਕ ਹੈ, ਉਹਨਾਂ ਨੂੰ ਰਾਈਟ ਹੈ ਆਪਣਾ, ਠੀਕ ਹੈ। ਉੱਥੇ ਇੱਕ ਫੇਲਰ ਹੋਇਆ। ਈਵਨ ਆ ਜਿਹੜੀ ਹੁਣ ਸਰਦਾਰ RI ਸਿੰਘ ਹੋਰਾਂ ਨੇ, ਜਿਹੜੇ ਸਾਡੇ IAS ਰਿਟਾਇਰਡ ਚੀਫ ਸੈਕਟਰੀ ਨੇ, ਉਹਨਾਂ ਨੇ ਵੀ ਬੁੱਕ ਲਿਖੀ ਆ, ਉਹਨਾਂ ਨੇ ਵੀ ਇੱਕ ਬਹੁਤ ਅੱਛੀ ਬੁੱਕ ਲਿਖੀ ਹੈ, ਮੈਂ ਉਹ ਪੜ੍ਹਨੀ ਸ਼ੁਰੂ ਕੀਤੀ। ਉਹਦੇ ਵਿੱਚ ਵੀ ਤੱਥ ਸਾਹਮਣੇ ਆਏ ਨੇ 78 ਵਾਲੇ ਬਾਰੇ, ਸਾਰੇ ਉਹਨਾਂ ਨੇ ਇਨਸੀਡੈਂਟ ਕੋਟ ਕੀਤੇ ਨੇ। ਉੱਥੇ ਮੈਂ ਸਮਝਦਾ ਕਿ ਉੱਥੇ ਫੇਲਰ ਸੀ, ਮੇਰੀ ਆਪਣੀ ਇੱਕ ਸੋਚ ਹੈ। ਪਰ ਜਦੋਂ ਡਿਸੀਜਨ ਲਿਆ ਜਾਂਦਾ, ਇੱਕ ਮੈਂ ਤੁਹਾਨੂੰ ਬੜੇ ਪਤੇ ਦੀ ਗੱਲ ਦੱਸ, ਜਦੋਂ ਡਿਸੀਜਨ ਲਿਆ ਜਾਂਦਾ ਬਹੁਤ ਸੋਚ ਸਮਝ ਕੇ ਲਿਆ ਜਾਂਦਾ, ਲੇਕਿਨ ਬਾਅਦ ਚ ਹਾਲਾਤ ਜਦੋਂ ਬਦਲਨੇ ਫਿਰ ਲੱਗਦਾ ਕਿ ਨਹੀਂ ਯਾਰ ਇਹ ਡਿਸੀਜਨ ਐਦਾਂ ਨਹੀਂ ਹੁੰਦਾ, ਐਦਾਂ ਨਹੀਂ ਹੁੰਦਾ, ਇਹ ਬਿਲਕੁਲ ਗਲਤ ਹੈ। ਜੇ ਤਾਂ ਜੇ ਹੈ, ਉਦੋਂ ਮੌਕੇ ਦੇ ਹਾਕਮਾਂ ਨੇ ਜੋ ਡਿਸੀਜਨ ਲਿਆ ਮੈਂ ਸਮਝਦਾ ਠੀਕ ਲਿਆ, ਇਨਸੀਡੈਂਟ ਹੋ ਗਿਆ। ਪਰ ਇੱਕ ਚੀਜ਼ ਦਾ ਮੈਨੂੰ ਅੱਜ ਵੀ ਮਲਾਲ ਹੈ ਕਿ ਜਦੋਂ ਸਾਡੇ ਸਿੰਘ ਸਾਹਿਬਾਨ ਉੱਥੇ ਆ ਰਹੇ ਸੀਗੇ ਉਸ ਵੈਨਿਊ ਤੇ, ਉਹਨਾਂ ਨੂੰ ਵਿਚਕਾਰ ਕਿਉਂ ਨਹੀਂ ਰੋਕਿਆ ਗਿਆ? ਜਦੋਂ ਪਤਾ ਸੀ ਵੀ ਅੱਗੇ ਫਾਇਰਿੰਗ ਹੋਣੀ ਹੈ, ਉਹ ਵੀ ਤਿਆਰ ਬੈਠੇ ਨੇ। ਉਹ ਗੱਲ ਮੇਰੇ ਲਰਨ ਕੀਤੀ ਹੋਈ ਸਾਡੇ ਇੱਥੇ ਨੂਰ ਮਹਿਲ ਵਾਲੇ ਇਨਸੀਡੈਂਟ 'ਚ ਕੰਮ ਆਈ। ਮੈਂ ਤੇ ਵਿਕਾਸ ਗਰਗ ਨੇ ਡਿਸਾਈਡ ਕਰ ਲਿਆ ਦੁਨੀਆ ਇੱਧਰ ਦੀ ਇੱਧਰ ਹੋ ਜੇ। ਸਾਡੇ ਨਾਲ ਮਿਸਟਰ ਸਰਦ ਛੱਤਿਆ ਚੌਹਾਨ ਸੀਗੇ, ਸਾਡੇ DIG, ਡਾਕਟਰ ਸੁਖਚੈਨ ਸਿੰਘ ਗਿੱਲ ਸੀ SSP। ਅਸੀਂ ਚਾਰਾਂ ਜਣੇ ਨੇ ਬੈਠ ਕੇ ਡਿਸਾਈਡ ਕੀਤਾ ਵੀ ਇਹਨਾਂ ਬੰਦਿਆਂ ਨੂੰ ਅਸੀਂ ਉੱਥੇ ਪਹੁੰਚਣ ਨਹੀਂ ਦੇਣਾ, ਅਸੀਂ ਨਹੀਂ ਪਹੁੰਚਣ ਦਿੱਤਾ। ਜੇ ਤੁਸੀਂ ਉਹ ਵੀਡੀਓ ਵੇਖੋ, ਮੈਂ ਉਸ ਵੀਡੀਓ ਦੇ ਵਿੱਚ ਪੁਲਿਸ ਅਫਸਰਾਂ ਨੂੰ ਵੀ ਥੋੜਾ ਜਿਹਾ ਕਿਹਾ ਕਿ ਤੁਸੀਂ ਦੇਖੋ ਮੌਬ ਆ ਰਿਹਾ, ਇਹ ਖੁੱਲਾ ਹੈਗਾ ਸਮਰਾਲਾ ਚੌਂਕ, ਇੱਥੇ ਅਸੀਂ ਟਰਾਲੇ ਲਵਾਤੇ ਲੰਬੇ, ਸਟਾਪ ਕਰਤੇ ਵੀ ਜਦੋਂ ਉਹ ਭੱਜਣਗੇ ਜਾਂ ਲੰਘਣਗੇ ਕਮ ਸੇ ਕਮ ਅੱਗੇ ਸਾਡੀ ਪੁਲਿਸ ਖੜੀ ਹੈ, ਉਹਨਾਂ ਦੇ ਵੈਸੇ ਇੰਟਰਸ ਪਹੁੰਚੀ। ਲੇਕਿਨ ਅਸੀਂ ਸਮਰਾਲਾ ਚੌਂਕ ਤੋਂ ਪਹਿਲਾਂ ਹੀ ਇਹ ਜਿਹੜਾ ਮੌਬ ਸੀ ਇਹਨੂੰ ਕੰਟਰੋਲ ਕਰ ਲਿਆ। ਜੇ ਕਿਤੇ ਕੰਟਰੋਲ ਨਾ ਹੁੰਦਾ ਤੁਸੀਂ ਦੇਖਦੇ ਪਤਾ ਨਹੀਂ ਕੀ ਪਾਣਾ ਵਰਤ। 78 ਵੇਲੇ ਵੀ ਇਹ ਚੀਜ਼ ਹੋ ਸਕਦੀ ਸੀ, ਰੋਕਿਆ ਜਾ ਸਕਦਾ, ਬਿਲਕੁਲ ਰੋਕਿਆ। ਜਦੋਂ ਪਤਾ ਵੀ ਉਹ ਬੰਦੇ ਚੱਲੇ ਹੋਏ ਆ, ਉਹਨਾਂ ਨੂੰ ਵਿਚਕਾਰ ਰੋਕਣਾ ਚਾਹੀਦਾ ਸੀ, ਉਹਨਾਂ ਨੂੰ ਉਸ ਸਥਾਨ ਤੇ ਪਹੁੰਚਣ ਨਹੀਂ ਸੀ ਦੇਣਾ ਚਾਹੀਦਾ। ਸਿਆਸੀ ਲਾਹੇ ਕਾਰਨ ਬਣ ਜਾਂਦੇ ਕਈ ਵੇਲੇ। ਦੇਖੋ ਇਹ ਵੀ ਨਾ ਗੱਲਾਂ ਚੱਲਦੀਆਂ ਨੇ, ਇਹ ਵੀ ਗੱਲਾਂ ਜਿਹੜੀਆਂ ਜਗਤਾਰ ਸਿੰਘ ਉਹਨਾਂ ਨੇ ਲਿਖੀਆਂ ਨੇ, ਉਹਨਾਂ ਨੇ ਬੜਾ ਸਪਸ਼ਟ ਲਿਖਿਆ ਹੋਇਆ। ਇਸੇ ਤਰ੍ਹਾਂ ਹੀ ਬੁੱਕਸ ਤਾਂ ਹੋਰ ਵੀ ਬੜੇ ਰਾਈਟਰਸ ਨੇ ਲਿਖੀਆਂ ਨੇ ਪੰਜਾਬ ਦੀ ਹਿਸਟਰੀ ਦੇ ਉੱਤੇ। 84 ਦੇ ਜਿਹੜੇ ਅਟੈਕ ਹੋਇਆ, ਅਟੈਕ ਦੇ ਕਾਰਨ ਕੀ ਰਹੇ, ਉਸ ਤੋਂ ਬਾਅਦ ਦਾ ਜੋ ਹਾਲਾਤ ਬਣੇ, ਉਸ ਤੋਂ ਬਾਅਦ ਬੇਅੰਤ ਸਿੰਘ ਦੀ ਗਵਰਨਮੈਂਟ ਬਣੀ, ਉਸ ਤੋਂ ਬਾਅਦ 97 ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗਵਰਨਮੈਂਟ ਬਣੀ। ਤੁਹਾਡੇ ਸਾਹਮਣੇ ਆ ਸਾਰੀ ਹਿਸਟਰੀ, ਅੱਖਾਂ ਦੇ ਸਾਹਮਣੇ ਵਾਪਰਿਆ ਸਾਰਾ। ਵੈਸੇ ਜ਼ਿੰਦਗੀ ਦੇ ਵਿੱਚ ਇਦਾਂ ਦਾ ਮੌਕਾ ਜਾਂ ਮੁਕਾਮ ਆਇਆ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇਹ ਤਾਂ ਚਲੋ ਬੜੀਆਂ ਔਖੀਆਂ ਘੜੀਆਂ ਸੀਗੀਆਂ, ਗੋਲੀ ਚਲਾਉਣ ਦੇ ਹੁਕਮ ਦੇਣੇ ਬੜੀ ਵੱਡੀ ਗੱਲ ਹੁੰਦੀ ਹੈ। ਜਿਸ ਤਰੀਕੇ ਨਾਲ ਪਾਣੀ ਦੇ ਵਿੱਚ ਰੁੜ ਗਏ, ਇੱਕ ਹਿਸਾਬ ਨਾਲ ਦੁਬਾਰਾ ਜਨਮ ਹੋਇਆ, ਉਹ ਵੀ ਬੜੀ ਔਖੀ ਘਟਨਾ ਦੇ ਵਿੱਚੋਂ ਲੰਘ ਕੇ ਬੰਦਾ ਹੋਰ ਮਜ਼ਬੂਤ ਹੁੰਦਾ। ਇੱਦਾਂ ਦਾ ਮੌਕਾ ਮਿਲਿਆ ਕਿ ਜਦੋਂ IAS ਬਣੇ ਤਾਂ ਉਸ ਤੋਂ ਬਾਅਦ ਲੋਕਾਂ ਦੇ ਕੰਮ ਆਉਣ ਦਾ ਸਬੱਬ ਬਣ ਗਿਆ ਵੀ ਹਾਂ ਵੀ ਚੰਗਾ ਹੋਇਆ ਵੀ ਜੇ IAS ਨਾ ਬਣਦੇ ਤਾਂ ਮੈਂ ਆਹ ਕੰਮ ਨਹੀਂ ਕਰ ਪਾਉਣਾ ਸੀ। ਦੇਖੋ ਇਹ ਹਮੇਸ਼ਾ ਹੀ ਹੁੰਦਾ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ PCS IAS ਈਵਨ PPS IPS ਦੀ ਇੱਕ ਐਸੀ ਨੌਕਰੀ ਹੈ ਜਿਹੜੀ ਡੀਲ ਹੀ ਪਬਲਿਕ ਨਾਲ ਕਰਦੀ ਹੈ। ਜੇ ਸਾਡਾ ਆਫੀਸਰ ਚਾਹੇ ਪੁਲਿਸ ਅਫਸਰ ਆ, ਚਾਹੇ ਜੇ ਉਹ ਸੌਫਟ ਮਾਈਂਡਡ ਆ ਨਾ, ਜੇ ਉਹਨੂੰ ਲੱਗਦਾ ਵੀ ਨਹੀਂ ਯਾਰ ਇਹ ਬੰਦੇ ਜਿਹੜੇ ਤੁਹਾਡੇ ਕੋਲੇ ਕੰਪਲੇਂਟ ਲੈ ਕੇ ਆਏ ਆ, ਇਹ ਵਕਤ ਦੇ ਮਾਰੇ ਹੋਏ ਆ ਜਾਂ ਇਹਨਾਂ ਨਾਲ ਕੋਈ ਧੱਕਾ ਹੋਇਆ, ਜੇ ਤੁਸੀਂ ਸਿੰਪਥੈਟਿਕਲੀ ਉਹ ਕੰਪਲੇਂਟ ਸੁਣ ਕੇ ਐਕਸ਼ਨ ਲੈ ਲਓ, ਬੜੇ ਮਸਲੇ ਹੱਲ ਹੋ ਜਾਣ, ਬੜੇ ਮਸਲੇ ਹੱਲ ਹੋ ਜਾਣ। ਤਾਂ ਲੱਗਦਾ ਕਿ ਕਈ ਵੇਲੇ ਇਦਾਂ ਵੀ ਹੁੰਦਾ ਕਿ ਪੋਲਿਟਿਕਸ ਹਾਵੀ ਹੋ ਜਾਂਦੀ ਹੈ ਅਫਸਰਸ਼ਾਹਾਂ ਦੇ ਉੱਪਰ ਵੀ ਆਹ ਕੰਮ
ਤੁਸੀਂ ਤਾਂ ਚਾਹੁੰਦੇ ਹੁੰਦੇ ਵੀ ਆਹ ਲੋਕਾਂ ਦੇ ਭਲੇ ਦਾ ਕੰਮ ਹੈ, ਇਹ ਹੋ ਜਾਣਾ ਚਾਹੀਦਾ, ਪਰ ਕਿਤੇ ਨਾ ਕਿਤੇ ਰਾਜਨੀਤੀ ਜਿਹੜੀ ਆ ਉਹ ਕਰਨ ਨਹੀਂ ਦਿੰਦੀ ਉਹ ਚੀਜ਼। ਨਹੀਂ ਇਹੋ ਜਿਹਾ ਮੇਰੇ ਟੈਨਿਓਰ ਦੇ ਵਿੱਚ ਜੇ ਆਪਾਂ ਪਹਿਲਾਂ ਚਲੋ ਮੇਰੇ ਫਾਦਰ ਪੋਲਿਟਿਕਸ ਵਿੱਚ ਵੀ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ, ਤੁਹਾਡੀ ਉਸ ਗੱਲ ਤੇ ਮੈਂ ਜਵਾਬ ਦਿੰਦਾ, ਪੰਜਾਬ ਦਾ ਪੋਲੀਟੀਸ਼ੀਅਨ ਇਹੋ ਜਿਹਾ ਨਹੀਂ ਹੈ, ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋਵੇ। ਮੈਂ ਸਰਦਾਰ ਬਿਆਨ ਸਿੰਘ ਵੇਲੇ ਵੀ ਨੌਕਰੀ ਕੀਤੀ ਹੈ, ਮੈਂ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਨੌਕਰੀ ਕੀਤੀ ਹੈ, ਮੈਂ ਸਰਦਾਰ ਪ੍ਰਕਾਸ਼ ਸਿੰਘ ਵੇਲੇ ਵੀ ਨੌਕਰੀ ਕੀਤੀ ਹੈ। ਸੋ ਮੇਰਾ ਕਹਿਣ ਤੋਂ ਪਰਪ ਇਹੋ ਜਿਹਾ ਜੇ ਕੋਈ ਇਨਸੀਡੈਂਟ ਹੋਵੇ ਇਹੋ ਜਿਹਾ ਤੇ ਜੇ ਸਾਡਾ ਬਿਊਰੋਕਰੈਟ ਚੰਗਾ ਹੋਵੇ ਉਹ ਚੀਫ ਮਿਨਿਸਟਰ ਨੂੰ ਜਾ ਕੇ ਬਰੀਫ ਕਰੇ ਕਿ ਸਰ ਆ ਮੇਰੀਆਂ ਮਜਬੂਰੀਆਂ, ਮੇਰਾ ਨਹੀਂ ਖਿਆਲ ਕੋਈ ਚੀਫ ਮਿਨਿਸਟਰ ਕਹੂਗਾ ਨਹੀਂ ਤੂੰ ਇਹ ਪੁੱਠਾ ਕੰਮ ਕਰ। ਮੈਨੂੰ ਤੁਹਾਡੇ 'ਚ ਸ਼ਕਤੀ ਚਾਹੀਦੀ ਹੈ ਗੱਲ ਕਰਨ ਦੀ। ਤੁਸੀਂ 1999 ਤੋਂ ਕੰਮ ਸ਼ੁਰੂ ਕੀਤਾ IAS ਵਾਲੇ ਪਾਸੇ ਜਦੋਂ ਆਏ ਆ, ਮੈਨੂੰ ਲੱਗਦਾ ਕਿ ਉਹ ਬੜਾ ਕਰੂਸ਼ੀਅਲ ਟਾਈਮ ਸੀਗਾ। ਉਸ ਤੋਂ ਬਾਅਦ ਵੀ ਬਹੁਤ 90 91 92 ਇਹ ਬੜਾ ਕਰੂਸ਼ੀਅਲ ਜ਼ਬਰਦਸਤ ਅੱਤਵਾਦ ਸੀ, ਜ਼ਬਰਦਸਤ ਅੱਤਵਾਦ ਸੀ। ਐਂਡ ਮੈਨੂੰ ਯਾਦ ਹੈ ਕਿ ਅਸੀਂ ਰੂਟੀਨ ਰਾਤ ਨੂੰ ਚੈਕਿੰਗ 'ਤੇ ਸੀ, ਮੈਨੂੰ ਨਾਮ ਤਾਂ ਭੁੱਲ ਗਿਆ, ਆਲ ਇੰਡੀਆ ਰੇਡੀਓ ਦੇ ਜਿਹੜੇ ਸਾਡੇ ਡਾਇਰੈਕਟਰ ਸੀ, ਮੈਨੂੰ ਨਾਮ ਨਹੀਂ ਯਾਦ, ਉਹਨਾਂ ਦਾ ਸਿਰ ਕਲਮ ਕਰਕੇ ਰਾਜਪੁਰੇ ਵਾਲੀ GT ਰੋਡ ਦੇ ਉੱਤੇ ਸਿੱਟ ਦਿੱਤਾ ਗਿਆ ਸੀ। ਤੁਹਾਡੀ ਡਿਊਟੀ ਸੀ ਉਸ? ਮੇਰੀ ਉੱਥੇ ਡਿਊਟੀ ਸੀ, ਅਸੀਂ ਚੈਕਿੰਗ 'ਤੇ ਸੀਗੇ, ਰਾਤ ਦੇ 2 ਜਾਂ 2:30 ਵਜੇ ਹੋਏ ਸੀਗੇ ਤੇ ਮੇਰਾ ਖਿਆਲ ਹੈ ਕਿ ਸ਼ਾਇਦ ਹੁਣ ਟਾਈਮਿੰਗ ਤਾਂ ਨਹੀਂ ਪਤਾ, ਉਹ ਇਨਸੀਡੈਂਟ ਸ਼ਾਇਦ ਸਾਡੇ ਤੋਂ ਕੋਈ ਅੱਧਾ ਪੌਣਾ ਘੰਟਾ ਹੀ ਪਹਿਲਾਂ ਹੋਇਆ ਸੀ। ਬਹੁਤ ਕਰੂਸ਼ੀਅਲ ਟਾਈਮ ਸੀ, ਹਰ ਰੋਜ਼ ਟੈਰਰਿਸਟ ਦੇ ਨਾਲ ਕਿਲਿੰਗ ਹੁੰਦੀ ਸੀ, ਪੁਲਿਸ ਵੀ ਆਪਣਾ ਐਨਕਾਊਂਟਰ ਕਰਦੀ ਸੀ। ਉਹ ਤਾਂ ਬੜਾ ਔਖਾ ਸਮਾਂ ਸੀ, ਪੰਜਾਬ ਬਹੁਤ ਔਖੇ ਦੌਰ ਚੋਂ ਲੰਘਿਆ। ਵੈਸੇ ਸਾਹਿਬ ਤੁਸੀਂ ਉਸ ਵੇਲੇ ਉਹ ਭੂਮਿਕਾ ਦੇ ਵਿੱਚ ਸੀਗੇ ਜਿਹੜੀ ਬੜੀ ਨੇੜਿਓਂ ਘਟਨਾਵਾਂ ਨੂੰ ਦੇਖਦੀ ਹੈ। ਜੇ ਸਿਰ ਕਲਮ ਹੋਇਆ ਤਾਂ ਤੁਸੀਂ ਮੌਕੇ ਤੇ ਜਾ ਕੇ ਦੇਖਿਆ ਹੋਣਾ, ਤੁਸੀਂ ਸਾਰਾ ਸਿਸਟਮ ਨਜ਼ਰ ਰੱਖ ਰਹੇ ਸੀ, ਕਿਉਂਕਿ ਬਹੁਤ ਸਾਰੀਆਂ ਅੰਦਰਲੀਆਂ ਰਿਪੋਰਟਾਂ ਵੀ ਤੁਹਾਡੇ ਤੱਕ ਆਉਂਦੀਆਂ ਜਿਹੜੀਆਂ ਲੋਕਾਂ ਤੱਕ ਨਹੀਂ ਪਹੁੰਚਦੀਆਂ। ਬਿਲਕੁਲ ਠੀਕ ਮੰਨਦੇ ਹੋ ਕਿ ਉਸ ਸਮੇਂ ਦੇ ਦੌਰਾਨ ਉਹ ਜਿਹੜੀ ਮੂਵਮੈਂਟ ਸੀਗੀ ਉਹਦਾ ਨਜਾਇਜ਼ ਫਾਇਦਾ ਵੀ ਚੱਕਿਆ ਗਿਆ, ਬਹੁਤ ਸਾਰੀਆਂ ਨਜਾਇਜ਼ ਮੌਤਾਂ ਵੀ ਹੋਈਆਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਮੌਕੇ ਦੇ ਹਾਕਮਾਂ ਨੇ ਉਸ ਟਾਈਮ ਆਪਣੀਆਂ ਪਰਸਨਲ ਰੰਜਿਸ਼ਾਂ ਵੀ ਕੱਢੀਆਂ, ਜੋ ਜਸਟਿਸ 100% ਹੋਣਾ ਚਾਹੀਦਾ ਸੀ ਉਹਦੇ ਵਿੱਚ ਵੀ ਖਲਾ ਪੈਦਾ ਹੋਇਆ। ਈਵਨ ਜਦੋਂ ਮੈਂ SDM ਸੀ ਪਟਿਆਲੇ ਪਹਿਲੀ ਵਾਰੀ, ਉਸ ਟਾਈਮ ਵੀ ਮੇਰੇ ਮਗਰ ਵੀ ਟੈਰਰਿਸਟ ਲੱਗੇ ਸੀ, ਲੇਕਿਨ ਅਸੀਂ ਬੜਾ ਜਿਹੜੇ ਮੇਰੇ ਨਾਲ 3-4 ਗਨਮੈਨ ਹੁੰਦੇ ਸੀ ਉਸ ਟਾਈਮ, ਉਹ ਮੁੰਡੇ ਬੜੇ ਬੋਲਡ ਸੀ, ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ। ਤੁਹਾਡੇ ਪਿੱਛੇ ਕਾਰਨ ਕੀ ਲੱਗਣ ਦਾ ਕਿ ਇਦਾਂ ਦਾ ਕੋਈ ਅਸੀਂ ਪੁਰਾਣੇ ਕਾਂਗਰਸੀ ਸੀ, ਮੇਰੇ ਪਿਤਾ ਜੀ ਸਟੌਂਚ ਕਾਂਗਰਸ ਸੀ, ਮਖੂ ਵੀ ਸਾਡੀ ਜ਼ਮੀਨ ਸੀ ਤੇ ਲੁਧਿਆਣੇ ਨੂੰ ਅਸੀਂ ਬਿਲੋਂਗ ਕਰਦੇ ਸੀ, ਸਾਡਾ ਫਾਰਮ ਹਾਊਸ ਮਖੂ ਸੀ ਤਲਵੰਡੀ ਨਪਾੜਾ ਪਿੰਡ ਜੀ। ਉਦੋਂ ਨਿਸ਼ਾਨ ਸਿੰਘ ਮਖੂ ਹੋਰੀ ਵੀ ਬੜੇ ਸਰਗਰਮ ਹੁੰਦੇ ਸੀ, ਹੋਰ ਟੈਰਰਿਸਟ ਬੜੇ ਸਰਗਰਮ ਹੁੰਦੇ ਸੀ। ਹੁਣ ਇਹ ਨਹੀਂ ਸਮਝ ਲੱਗੀ ਕਿ ਕਿਹੜੇ ਲੱਗੇ ਸੀ, ਪਰ ਅਸੀਂ ਚੌਕਸੀ ਬੜੀ ਰੱਖੀ, ਬੜਾ ਅਸੀਂ ਆਪਸ ਦੇ ਵਿੱਚ, ਈਵਨ ਮੇਰੀ ਵਾਈਫ, ਮੇਰੇ ਪਿਤਾ ਜੀ, ਬੀਜੀ, ਬੱਚਿਆਂ ਦਾ ਵੀ ਅਸੀਂ ਉਸ ਟਾਈਮ ਪੂਰੀ ਇhtiyat ਰੱਖੀ। ਤੇ ਜਦੋਂ ਪਟਿਆਲੇ ਦੀ ਅਸੀਂ ਗੱਲ ਕਰੀਏ, ਪਟਿਆਲੇ ਟਨਿਓਰ ਦੇ ਦੌਰਾਨ ਕੋਈ ਇਦਾਂ ਦੀ ਘਟਨਾ ਜਿਹੜੀ ਤੁਹਾਨੂੰ ਲੱਗਦਾ ਹੋਵੇ ਵੀ ਹਾਂ ਮੇਰੇ ਜ਼ਿਹਨ ਤੇ ਹਮੇਸ਼ਾ ਜਾਣੀ ਕਿ ਤਾ ਉਮਰ ਮੇਰੀ ਹੈਗੀ ਆ ਉਹਦੇ ਵਿੱਚ ਯਾਦ ਰਹੂਗੀ ਇਹ ਚੀਜ਼? ਦੇਖੋ ਇਸ ਤਰ੍ਹਾਂ, ਇੱਕ ਤਾਂ ਤੁਹਾਨੂੰ ਮੈਂ ਘੱਗਰ ਰਿਵਰ ਵਾਲੀ ਗੱਲ ਦੱਸੀ, ਉਹ ਅੱਜ ਵੀ ਦਿਮਾਗ ਦੇ ਉੱਤੇ ਬੜਾ, ਜਦੋਂ ਕਦੇ ਸੋਚੀਦਾ ਤੇ ਮਾਈਂਡ ਤਾਂ ਚੱਲਦਾ ਹੀ ਆ ਵੀ ਜੇ ਉਦੋਂ ਨਾ ਹੁੰਦਾ ਤੇ ਆ ਸਾਰਾ ਆਪਣਾ ਬੱਚਿਆਂ ਦਾ ਕੀ ਹੁੰਦਾ, ਵਾਈਫ ਦਾ, ਮਾਂ ਪਿਓ ਦਾ ਕੀ ਹੁੰਦਾ। ਇਹ ਸਾਰੀਆਂ ਗੱਲਾਂ ਤਾਂ ਆਉਂਦੀਆਂ ਨੇ, ਲੇਕਿਨ ਪਟਿਆਲੇ ਦਾ ਟੈਨਿਓਰ ਮੇਰਾ ਬਹੁਤ ਵਧੀਆ ਰਿਹਾ। ਇਨਸੀਡੈਂਟਸ ਤਾਂ ਚਲੋ ਦੇਖੋ ਛੋਟੇ ਮੋਟੇ ਹੁੰਦੇ ਹੀ ਰਹੇ ਨੇ ਜੀ। ਇਲੈਕਸ਼ਨਾਂ ਦੇ ਵਿੱਚ ਸਾਨੂੰ ਉੱਥੇ ਪ੍ਰੋਬਲਮ ਆਈ, ਇਲੈਕਸ਼ਨਾਂ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਗਿੱਲ ਵਾਜ SSP, ਮੈਂ SDM ਸੀ। ਉੱਥੇ MLA ਦੀ ਇਲੈਕਸ਼ਨ ਦੇ ਵਿੱਚ ਇੱਕ ਵਾਰੀ ਤਾਂ ਉੱਥੇ ਹਜੂਮ ਇੰਨਾ ਹੋ ਗਿਆ, ਸਾਨੂੰ ਲੱਗ ਗਿਆ ਵੀ ਤੇ ਕਲੈਸ਼ ਹੋਣਗੇ। ਇੱਕ ਹੱਥ ਵਿੱਚ ਮੇਰੇ ਡਾਂਗ, ਇੱਕ ਹੱਥ ਵਿੱਚ ਤਾਂ ਪਰਮਜੀਤ ਸਿੰਘ ਦੇ ਹੱਥ ਵਿੱਚ ਡਾਂਗ। ਉਹ ਮੈਂ ਕਦੇ ਵੀਡੀਓ ਤੁਹਾਨੂੰ ਵਿਖਾਊਂਗਾ, ਅਸੀਂ ਸੱਚੀ ਮੁੱਚੀ ਡਾਂਗ ਐਦਾਂ ਫੜ ਕੇ ਸਾਰੇ ਲੋਕਾਂ ਨੂੰ ਖਿਲਾਰਿਆ ਤਾਂ ਕਿ ਇਕੱਠੇ ਨਾ ਹੋਣ, ਕਲੈਸ਼ ਨਾ ਹੋਵੇ। ਇੱਕ ਉਹ ਬੜਾ ਵੱਡਾ ਇੰਸੀਡੈਂਟ ਸੀ। ਮੈਂ ਅੱਜ ਵੀ ਸਰਦਾਰ ਪਰਮਜੀਤ ਸਿੰਘ ਗਿੱਲ ਦੀ ਤਾਰੀਫ ਕਰਦਾ, ਉਹ ਕਿਹੋ ਜਿਹਾ ਨਿਡਰ SSP ਸੀ, ਮੈਨੂੰ ਉਹਨੇ ਨਾਲ ਲਿਆ, ਅਸੀਂ ਉਹ ਬੰਦਿਆਂ ਨੂੰ ਐਨ ਖਿਲਾਰਿਆ ਤੇ ਇੱਕ ਵੀ ਇਨਸੀਡੈਂਟ ਨਹੀਂ ਹੋਣ ਦਿੱਤਾ। ਪਤਾ ਕੀ ਪਰਸੈਪਸ਼ਨ ਹੀ ਬਣੀ ਹੋਈ ਹੈ ਅਕਸਰ IAS ਅਫਸਰ ਜਿਹੜੇ ਹੁੰਦੇ ਜਾਂ PCS ਅਫਸਰ ਜਿਹੜੇ ਹੁੰਦੇ ਆ ਜਾਂ IPS ਅਫਸਰ ਹੁੰਦੇ ਆ ਕਿ ਇਹ ਵੱਡੇ ਕਮਰਿਆਂ ਦੇ ਵਿੱਚ ਬੈਠ ਕੇ, AC ਰੂਮਾਂ ਦੇ ਵਿੱਚ ਬੈਠ ਕੇ ਵੱਡੇ ਵੱਡੇ ਫੈਸਲੇ ਲੈਂਦੇ ਆ, ਇਹ ਲੋਕਾਂ ਤੱਕ ਪਹੁੰਚ ਨਹੀਂ ਕਰਦੇ, ਇੱਕ ਗੈਪ ਰਹਿੰਦਾ। ਤੁਸੀਂ ਵੀ ਥੋੜਾ ਜਿਹਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰੇ ਨਹੀਂ ਇੱਦਾਂ ਦੇ ਹੁੰਦੇ, ਉਹ ਤਾਂ ਨੈਚੁਰਲ ਹੈ ਜੀ। ਜਿਹੜੀ ਐਡਮਿਨਿਸਟ੍ਰੇਟਿਵ ਐਬਿਲਿਟੀ ਉਹ ਸਾਰਿਆਂ 'ਚ ਨਹੀਂ ਹੁੰਦੀ। ਕਿਤਾਬਾਂ ਪੜ੍ਹ ਕੇ IAS PCS ਬਣ ਜਾਣਾ ਡਜ਼ਨਟ ਮੀਨ ਵੀ ਹਰ PCS IAS ਅਫਸਰ ਜਾਂ IPS ਅਫਸਰ ਕੰਪੀਟੈਂਟ ਹੋਊਗਾ ਐਡਮਿਨਿਸਟ੍ਰੇਟਿਵ ਤੌਰ ਤੇ। ਇਹ ਤਾਂ ਜਿਹੜੀ ਸਕਿੱਲ ਹੈ ਤਾਂ ਤੁਹਾਡੇ ਪੇਰੈਂਟਸ ਤੋਂ, ਸਕੂਲ ਤੋਂ, ਤੁਹਾਡੇ ਆਲੇ ਦੁਆਲੇ ਤੋਂ
ਉਹਨਾਂ ਤੋਂ ਆਉਂਦੀ ਹੈ। ਬੜੇ ਅਫਸਰ ਆ ਜਿਹੜੇ ਮੌਕੇ ਤੇ ਡਿਸੀਜਨ ਨਹੀਂ ਲੈ ਪਾਉਂਦੇ। ਪੰਜਾਬ ਦੇ ਵਿੱਚ ਬਹੁਤ ਸਾਰੇ ਹਾਲਾਤ ਇਦਾਂ ਦੇ ਪੈਦਾ ਹੁੰਦੇ ਰਹੇ। ਪੰਜਾਬ ਦੇ ਵਿੱਚ ਰਾਸ਼ਟਰਪਤੀ ਕਾਨੂੰਨ ਵੀ ਕਿੰਨੀ ਵਾਰ ਲੱਗਿਆ। ਉਹ ਮੈਨੂੰ ਲੱਗਦਾ ਕਿ ਅਸਲ ਪਰਖ ਦੀ ਘੜੀ ਹੁੰਦੀ ਬੰਦੇ ਦੀ। ਇਹ ਤਾਂ ਹੈ ਹੀ ਹੈ ਜੀ। ਇਹ ਤਾਂ ਜਦੋਂ ਤੁਹਾਡੇ ਤੇ ਵਿਪਤਾ ਪੈਂਦੀ ਹੈ, ਜਦੋਂ ਤੁਸੀਂ ਉਦੋਂ ਡਿਸੀਜਨ ਨਾ ਲੈ ਸਕੋ, ਉਹਦੇ ਰਿਜ਼ਲਟ ਬੜੇ ਇਹੋ ਜਿਹੇ ਵੀ ਇਨਸੀਡੈਂਟ ਹੈ। ਹੁਣ ਮੈਂ ਤੁਹਾਡੇ ਕੈਮਰੇ ਤੇ ਦੱਸੂਗਾ ਤਾਂ ਮੈਨੂੰ ਲੱਗਦਾ ਕਿ ਉਹ ਮੇਰੇ ਜਿਹੜੇ ਕੋਲੀਗਸ ਰਹੇ ਜਾਂ ਕੁਛ ਰਹੇ ਉਹਨਾਂ ਨੂੰ ਔਖਾ ਲੱਗੂਗਾ, ਪਰ ਇਹੋ ਜਿਹਾ ਹੈ, ਬਿਲਕੁਲ ਕਲੀਅਰ ਹੈ। ਹਰ ਕੋਈ ਬੰਦਾ ਐਡਮਿਨਿਸਟ੍ਰੇਟਿਵ ਤੌਰ ਤੇ ਸਟਰੋਂਗ ਨਹੀਂ ਹੁੰਦਾ। ਨਾਮ ਨਾ ਦੱਸੋ, ਪਰ ਨਹੀਂ ਚਲੋ ਇਹੋ ਜਿਹੇ ਤਾਂ ਕਈ ਤਰ੍ਹਾਂ ਦੇ ਇਨਸੀਡੈਂਟ ਹੁੰਦੇ ਆ। ਤੁਸੀਂ ਇੱਕ ਤਾਂ ਜ਼ਿਕਰ ਕਰ ਦਿੱਤਾ ਕਿ 78 ਵਾਲੀ ਘਟਨਾ ਟਾਲੀ ਜਾ ਸਕਦੀ ਸੀ। ਬਿਲਕੁਲ। ਹੋਰ ਵੀ ਇਦਾਂ ਦੀ ਘਟਨਾ ਤੁਹਾਡੇ ਜ਼ਿਹਨ 'ਚ ਜਿਹੜੀ ਟਾਲੀ ਜਾ ਸਕਦੀ? ਪੰਜਾਬ ਦੇ ਵਿੱਚ ਬਹੁਤ ਕੁਝ ਹੋਇਆ। ਪੰਜਾਬ ਦੇ ਵਿੱਚ ਟੈਰਰਿਜ਼ਮ ਵੇਲੇ ਬਹੁਤ ਕੁਝ ਹੋਇਆ। ਬੜੇ ਬੰਦਿਆਂ ਨੂੰ ਸਜ਼ਾਵਾਂ ਵੀ ਮਿਲੀਆਂ। ਬੜੇ ਪੁਲਿਸ ਅਫਸਰਾਂ ਨੇ ਬਹੁਤ ਨਿਡਰਤਾ ਨਾਲ ਕੰਮ ਕੀਤਾ। ਜੋ ਪੁਲਿਸ ਨੇ, ਜਦੋਂ ਸਾਹਿਬ ਬਿਆਨ ਸਿੰਘ ਚੀਫ ਮਿਨਿਸਟਰ ਬਣੇ ਆ, ਮੈਂ ਉਦੋਂ ਨੌਕਰੀ ਵਿੱਚ ਆ ਗਿਆ ਸੀ, ਕਿਉਂਕਿ ਸਾਹਿਬ ਬਿਆਨ ਸਿੰਘ ਮੇਰੇ ਪਿਤਾ ਜੀ ਦੇ ਬਹੁਤ ਅੱਛੇ ਦੋਸਤ ਸੀਗੇ। ਮੇਰੀ ਉਹਨਾਂ ਨਾਲ ਬਹੁਤ 1 to 1 ਹੁੰਦੀ ਸੀਗੀ, ਤੇ ਉਹ ਸਮਾਂ ਅਸੀਂ ਵੇਖਿਆ। ਉਦੋਂ ਬੜੇ ਬੰਦੇ ਜਿਹੜੇ ਸੀ ਜਿਨ੍ਹਾਂ ਨੂੰ ਲੱਗਣਾ ਚਾਹੀਦਾ ਸੀਗਾ ਜ਼ਿਲ੍ਹਿਆਂ ਦੇ ਵਿੱਚ, ਉਹ ਭੱਜ ਗਏ। ਉਹ ਲੱਗੇ ਹੀ ਨਹੀਂ। ਕਈ ਡੀਸੀ ਨਹੀਂ ਲੱਗੇ, ਕਈ ਐਸਐਸਪੀ ਨਹੀਂ ਲੱਗੇ। ਇਹ ਵੀ ਫੇਲਰ ਹੈ। ਹਰ ਚੀਜ਼ ਨੂੰ ਫੇਸ ਕਰਨਾ ਚਾਹੀਦਾ ਮੌਕੇ ਤੇ। ਕਿੱਥੇ ਗਏ ਉਹ ਬੰਦੇ ਫਿਰ ਉਸ ਵੇਲੇ? ਉਹ ਬੰਦਿਆਂ ਤੇ ਦੇਖੋ ਨੌਕਰੀ ਵਿੱਚ ਸੀਗੇ। ਬੰਦਿਆਂ ਨੇ ਆਪਣਾ ਕੋਈ ਜਨਰਲ ਐਡਮਿਨਿਸਟ੍ਰੇਸ਼ਨ 'ਚ ਲੱਗਿਆ ਰਿਹਾ, ਕੋਈ ਜਾਨ ਪਿਆਰੀ ਸੀ, ਇਸ ਕਰਕੇ ਮੌਕੇ ਤੋਂ ਨਿਕਲ ਗਏ। ਬਿਲਕੁਲ ਇਹੋ ਜਿਹੇ ਵੀ ਇਨਸੀਡੈਂਟ ਹੋਏ ਕਿ ਕੁਝ ਐਸੇ ਅਫਸਰ ਜਿਹੜੇ ਮੇਰੇ ਨਾਲ ਸਿਲੈਕਟ ਹੋਏ ਤੇ ਨਾਲ ਬਲਕਿ ਡੀਐਸਪੀ ਆ ਗਏ, ਉਹਨਾਂ ਦੇ ਪੇਰੈਂਟਸ ਨੇ ਉਹਨੂੰ ਡੀਐਸਪੀ ਜੁਆਇਨ ਨਹੀਂ ਕਰਨ ਦਿੱਤਾ ਕਿ ਨਹੀਂ ਜੇ ਪੀਸੀਐਸ 'ਚ ਆ ਗਿਆ ਤਾਂ ਠੀਕ ਹੈ, ਡੀਐਸਪੀ ਨਹੀਂ ਬਣਨਾ। ਹਾਲਾਤ ਇਹੋ ਜਿਹੇ ਸੀ। ਤੁਸੀਂ ਇੱਕ ਇਨਸੀਡੈਂਟ ਦੱਸਿਆ ਕਿ ਪਿੱਛਾ ਹੋਇਆ ਤੁਹਾਡਾ, ਕਦੇ ਇਦਾਂ ਵੀ ਹੋਇਆ ਕਿ ਐਨਕਾਊਂਟਰ ਹੋ ਗਿਆ ਸਾਹਮਣੇ ਆਮੋ ਸਾਹਮਣੇ? ਅਸੀਂ ਜਦੋਂ ਮੇਰੇ ਗਨਮੈਨ ਸਰਦਾਰ ਰਣਜੀਤ ਸਿੰਘ, ਹੁਣ ਤਾਂ ਮੁੰਡਾ ਸਾਡਾ ਇੰਸਪੈਕਟਰ ਹੈ, ਉਹ ਮੈਂ ਹਾਲੇ ਕੋਠੀ ਪਹੁੰਚਿਆ ਹੀ ਸੀ, ਉਹਨੇ ਮੈਨੂੰ ਦੱਸਿਆ ਕਿ ਸਰ 5 ਮਿੰਟ ਪਹਿਲਾਂ ਇੱਥੋਂ ਇੱਕ ਗੱਡੀ ਆਈ ਆ, ਤੁਹਾਡੇ ਬਾਰੇ ਇਨਕੁਆਇਰ ਕਰਕੇ ਗਏ ਆ, ਤੇ ਉਹਨਾਂ ਦਾ ਜਿਹੜਾ ਹਾਵ ਭਾਵ ਸੀਗਾ ਉਹ ਮੈਨੂੰ ਲੱਗਿਆ ਬਈ ਉਹ ਠੀਕ ਨਹੀਂ ਸੀ। ਅਸੀਂ 2-3 ਗਨਮੈਨ ਲਏ, ਜਿਪਸੀ ਚੱਕੀ, ਉਹਨਾਂ ਦੇ ਵੱਲ ਨੂੰ ਹੋਲੇ ਵੀ ਚਲੋ ਲੱਭੀਏ ਤਾਂ ਅਸੀਂ ਦੇਖੀਏ ਕਿਹੜੀ ਗੱਡੀ ਸੀ, ਲੇਕਿਨ ਅਸੀਂ ਉਹ ਨਾਭੇ ਤੱਕ ਅਸੀਂ ਪਿੱਛਾ ਕੀਤਾ, ਸਾਨੂੰ ਉਹ ਲੱਭੇ ਨਹੀਂ ਮੁੜ। ਜੀ ਵੈਸੇ ਇੱਕ ਬੜੀ ਅਹਿਮ ਚੀਜ਼ ਆ, ਜਿਵੇਂ ਅਕਸਰ ਇਹ ਜ਼ਿਕਰ ਰਹਿੰਦਾ ਸਾਡਾ ਸਮਾਜ, ਬੇਸ਼ੱਕ ਅਸੀਂ ਕਹਿੰਦੇ ਕਿ ਬਰਾਬਰਤਾ ਦੀ ਅਸੀਂ ਗੱਲ ਕਰਦੇ ਹਾਂ, ਤੁਸੀਂ ਪੜ੍ਹਾਈ ਕਰਕੇ ਕਹਿੰਦੇ ਕਿ ਗਰੀਬ ਦਾ ਬੱਚਾ ਪੜ੍ਹ ਵੀ ਜਾਵੇ ਤਾਂ ਉਹ ਵੀ ਲੋਕਾਂ ਦੀਆਂ ਅੱਖਾਂ 'ਚ ਰੜਕਦਾ ਰਹਿੰਦਾ। ਤੁਸੀਂ ਇੱਕ ਬੜੇ ਅਜਿਹੇ ਪਰਿਵਾਰ 'ਚੋਂ ਨਿਕਲੇ ਜਿਹਨੇ ਮੈਨੂੰ ਲੱਗਦਾ ਕਿ ਸਟਰਗਲ ਵੀ ਦੇਖੀ ਹੈਗੀ ਸਾਰੇ ਪਰਿਵਾਰ ਨੇ। ਹਰ ਪਰਿਵਾਰ ਕਰਦਾ ਜੀ। ਬਿਲਕੁਲ। ਜਦੋਂ ਤੁਹਾਡੀ ਅਸੀਂ ਗੱਲ ਕਰੀਏ, ਖਾਸ ਕਰਕੇ ਜਦੋਂ ਤੁਸੀਂ IAS ਅਫਸਰ ਬਣ ਗਏ, ਉਸ ਤੋਂ ਬਾਅਦ ਵੀ ਕਿਸੇ ਦੀ ਇੱਦਾਂ ਦੇ ਵਰਤਾਓ ਦਾ ਸਾਹਮਣਾ ਕਰਨਾ ਪਿਆ ਕਦੇ? ਦੇਖੋ, ਦਿਲ ਦੀ ਗੱਲ ਦੱਸਿਓ। ਨਹੀਂ ਮੈਂ ਪੂਰੀ ਤੁਹਾਨੂੰ ਬਿਲਕੁਲ ਸਪਸ਼ਟ ਦੱਸੂਗਾ। ਪੰਜਾਬ ਜਾਂ ਨਾਰਥ ਇੰਡੀਆ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਬੜਾ ਪ੍ਰਭਾਵ ਹੈ। ਅਸੀਂ ਅੱਜ ਵੀ ਕਹਿੰਦੇ ਹਾਂ ਕਿ ਜਾਤ ਪਾਤ ਨਹੀਂ, ਪਰ ਜਾਤ ਪਾਤ ਅੱਜ ਵੀ ਹੈਗੀ। ਜਦੋਂ ਕਦੇ ਚੀਫ ਮਿਨਿਸਟਰ ਆਫਿਸ 'ਚੋਂ ਪੋਸਟਿੰਗ ਟ੍ਰਾਂਸਫਰਸ ਹੁੰਦੀਆਂ, ਇਹ ਤੁਸੀਂ ਡਾਟਾ ਕਢਵਾ ਕੇ ਵੇਖ ਲਿਓ, ਉਦੋਂ ਐਸਸੀ ਪਰਿਵਾਰਾਂ ਦੇ ਬੱਚਿਆਂ ਨੂੰ ਵਧੀਆ ਪੋਸਟਿੰਗ ਨਹੀਂ ਦਿੱਤੀਆਂ ਜਾਂਦੀਆਂ। ਇਹ ਫੈਕਟ ਹੈ। ਦੇਖਦੇ ਆਏ ਹੋ ਤੁਸੀਂ? ਬਿਲਕੁਲ ਦੇਖਦੇ ਆਏ ਹਾਂ। ਚੰਗੀਆਂ ਪੋਸਟਾਂ ਵਾਸਤੇ ਜਿਹੜੇ ਦੂਜੇ ਪਰਿਵਾਰਾਂ ਦੇ ਮੁੰਡੇ ਆ, ਕਈ ਉਹਨਾਂ ਨੂੰ ਸਿਰਫ ਇਹ ਦੇਖ ਕੇ ਕਿ ਇਹ ਫਲਾਨਾ ਸਾਡੇ ਆਲੇ ਦੁਆਲੇ ਵਾਲਾ, ਉਹਨੂੰ ਪੋਸਟਿੰਗ ਟ੍ਰਾਂਸਫਰ ਦੇ ਦਿੱਤੀ ਜਾਂਦੀ ਹੈ। ਇਹ ਅੱਜ ਵੀ ਹੈ। ਵਿਆਹਾਂ ਸ਼ਾਦੀਆਂ ਦੀ ਗੱਲ ਕਰ ਲਓ, ਚਲੋ ਕਈ ਗੱਲਾਂ ਇਕਨੋਮਿਕਸ ਨਾਲ ਜੁੜ ਗਈਆਂ, ਸਮਾਂ ਬਦਲਿਆ। ਅੱਜ ਥੋੜਾ ਜਿਹਾ ਜੇ ਮੈਂ ਕਹਾਂ ਕਿ ਸ਼ੈਡਿਊਲਡ ਕਾਸਟ ਪਰਿਵਾਰਾਂ ਦੇ ਵਿੱਚ ਤੇ ਦੂਜੇ ਜਨਰਲ ਪਰਿਵਾਰਾਂ ਦੇ ਵਿੱਚ ਵੀ ਰਿਸ਼ਤੇ ਹੋਣ ਲੱਗ ਪਏ ਨੇ, ਠੀਕ ਹੈ, ਲੇਕਿਨ ਉਹ ਫਿਰ ਇਕਨੋਮਿਕਸ ਨਾਲ ਜੁੜ ਗਏ, ਪੈਸੇ ਨਾਲ ਜੁੜ ਗਏ। ਲੇਕਿਨ ਸਾਡੀਆਂ ਸਰਕਾਰਾਂ ਇਹ ਜਿਹੜਾ ਗੈਪ ਸੀ ਉਹਨੂੰ ਫੁੱਲਫਿਲ ਕਰਨ ਦੇ ਵਿੱਚ ਵੀ ਨਾਕਾਮ ਰਹੀਆਂ। ਸੋ ਇਹ ਵਰਤਾਰਾ ਜਿਹੜਾ ਆ ਪਿੱਛੇ ਜੇ ਇੱਕ YouTube ਤੇ ਵੀਡੀਓ ਸੀਗੀ, ਮੈਂ ਬੜੇ ਚੈਨਲਾਂ ਤੇ ਵੀ ਕਿਹਾ, ਬਠਿੰਡਾ ਦੇ ਵਿੱਚ ਗੁਰਦੁਆਰਾ, ਉੱਥੇ ਜੱਟ ਜ਼ਿਮੀਂਦਾਰਾਂ ਵਾਸਤੇ ਮੱਥਾ ਟੇਕਣ ਨੂੰ ਵੱਖਰਾ ਗੇਟ ਆ ਤੇ ਐਸੀਆਂ ਵਾਸਤੇ ਵੱਖਰਾ ਗੇਟ ਆ। ਕਿਉਂ ਯਾਰ, ਅੱਜ ਦੇ ਸਮੇਂ ਦੇ ਵਿੱਚ ਮੈਂ ਜਥੇਦਾਰ ਸਾਹਿਬ ਨੂੰ ਵੀ ਪਿਛਲਿਆਂ ਨੂੰ ਕਿਹਾ ਸੀ, ਮੈਂ ਕਿਹਾ ਚੈੱਕ ਕਰੋ, ਕਹਿੰਦੇ ਕਰਾਂਗੇ। ਹੁਣ ਮੈਨੂੰ ਨਹੀਂ ਪਤਾ ਬਠਿੰਡੇ ਉਹ ਹਾਲਾਤ ਹੈ ਕਿ ਨਹੀਂ। ਤੁਸੀਂ ਦੇਖੋ ਨਾ, ਗੁਰੂ ਨਾਨਕ ਪਾਤਸ਼ਾਹ ਤੋਂ ਸਰਦਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਤੱਕ ਕਿੰਨੀ ਵੱਡੀ ਸਾਡੀ ਹਿਸਟਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਜੋ ਸੈਕਰੀਫਾਈਸ ਆ, ਉਹਨੂੰ ਸਾਰੀ ਦੁਨੀਆ ਕੋਈ ਭੁਲਾ ਹੀ ਨਹੀਂ ਸਕਦਾ। ਸਾਹਿਬਜ਼ਾਦਿਆਂ ਦੀ ਸ਼ਹੀਦੀ, ਕਿੱਡਾ ਕੁਛ ਹੋਇਆ, ਅਸੀਂ ਫਿਰ ਵੀ ਉਹ ਤੋਂ ਲੈਸਨ ਲੈਂਦੇ। ਅਸੀਂ ਅੱਜ ਵੀ ਜਾਤ ਪਾਤ ਦੇ ਵਿੱਚ ਹੈਗੀਆਂ ਨੇ ਗੱਲਾਂ, ਘਟਿਆ ਜ਼ਰੂਰ ਆ ਪਰ ਖਤਮ ਨਹੀਂ ਹੋਇਆ। ਬੜੀ ਹੈਰਾਨੀ ਹੁੰਦੀ ਹੈ ਕਿ
ਜਦੋਂ ਬੰਦਾ ਪੜ੍ਹ ਵੀ ਜਾਵੇ, ਅਕਸਰ ਇਹ ਵੀ ਕਹਿੰਦੇ ਹੁੰਦੇ ਆ ਨਾ ਕਿ ਪੜ੍ਹਾਈ ਇਦਾਂ ਦੀ ਚੀਜ਼ ਆ ਜਿਹੜੀ ਧਰਮ ਦੀ ਜਿਹੜੀ ਲਕੀਰ ਹੁੰਦੀ ਹੈ ਸ਼ਾਇਦ ਉਹਨੂੰ ਕਿਤੇ ਨਾ ਕਿਤੇ ਖਤਮ ਕਰ ਦਿੰਦੀ ਹੈ ਕਿ ਬੰਦਾ ਬਰਾਬਰਤਾ ਤੇ ਆ ਜਾਂਦਾ। ਪਰ ਤੁਹਾਡੇ ਤੋਂ ਇਹ ਗੱਲ ਸੁਣ ਕੇ ਮੈਨੂੰ ਲੱਗ ਰਿਹਾ ਕਿ ਹੱਲੇ ਵੀ ਉਹ ਪਾੜਾ ਰੱਖਿਆ ਜਾਂਦਾ ਹੈ। ਉਹ ਮਾਨਸਿਕਤਾ ਅੱਜ ਵੀ ਹੈ। ਇਹਨੂੰ ਚੰਨੀ ਸਾਹਿਬ ਚੀਫ ਮਿਨਿਸਟਰ ਬਣੇ ਨੇ, ਸਾਡੇ ਬੜੇ ਲੀਡਰਾਂ ਨੇ ਬਹੁਤ ਹਿਊ ਐਂਡ ਕਰਾਈ ਕੀਤਾ, ਉਹ ਤਾਂ ਇਨਕੰਪੀਟੈਂਟ ਆ, ਉਹ ਤਾਂ ਇਹ ਹੈ ਉਹ ਇਹ ਹੈ, ਲੇਕਿਨ ਚੰਨੀ ਸਾਹਿਬ ਨੇ ਪ੍ਰੂਵ ਕੀਤਾ। ਠੀਕ ਹੈ ਕਿ ਸਾਡੀ ਜਿਹੜੀ ਕਾਂਗਰਸ ਦੀ ਆਪਸ ਦੇ ਵਿੱਚ ਲੀਡਰਸ਼ਿਪ ਦੀ ਲੜਾਈ ਸੀ, ਪਹਿਲਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਸੀ, ਮੁੜ ਕੇ ਸਾਡਾ 5 ਸਾਲ ਦਾ ਟਰਨਿਓ, ਉੱਥੇ ਹੁਣ ਮੇਰੇ ਖਿਆਲ ਜ਼ਿਕਰ ਕਰਨ ਦੀ ਲੋੜ ਨਹੀਂ, ਸਾਰੇ ਪੰਜਾਬ ਨੂੰ ਪਤਾ। ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 92 ਸੀਟਾਂ ਦਿੱਤੀਆਂ। ਮੈਂ ਲੋਕਾਂ ਦੇ ਇਸ ਫੈਸਲੇ ਨੂੰ ਅੱਜ ਵੀ ਸਲੂਟ ਕਰਦਾ। ਕਿਉਂ ਸਾਨੂੰ ਵੋਟ ਪਾਉਂਦੇ ਲੋਕ? ਅਸੀਂ ਕੀ ਡਿਲੀਵਰ ਕਰ ਰਹੇ ਸੀ? ਲੜਾਈ ਕਰ ਰਹੇ ਸੀ 1 ਸਾਲ ਤੋਂ ਡਿਲੀਵਰ। ਸੋ ਲੋਕਾਂ ਨੇ 92 ਸੀਟਾਂ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ। ਵੈਸੇ ਜਦੋਂ ਤੁਹਾਡੇ ਇਸ ਪੂਰੇ ਟਨਿਓਰ ਦੀ ਗੱਲ ਕਰੀਏ 99 ਤੋਂ ਲੈ ਕੇ 2016 ਤੱਕ ਤੁਸੀਂ ਪ੍ਰੀ ਮੈਚੁਰ, ਉਸ ਤੋਂ ਬਾਅਦ ਰਿਟਾਇਰਮੈਂਟ ਲੈ ਲਈ, ਇਸ ਸਮੇਂ ਦੇ ਦੌਰਾਨ ਪਰਿਵਾਰ ਦੀ ਭੂਮਿਕਾ ਉਹ ਕਿਹੋ ਜਿਹੀ ਰਹੀ? ਕਿਉਂਕਿ ਬਹੁਤ ਵੱਡੀ ਪਰਿਵਾਰ ਦੀ ਭੂਮਿਕਾ। ਮੈਂ ਇਹ ਸਵਾਲ ਇਸ ਕਰਕੇ ਕਰਨ ਲੱਗਾ ਸੀਗਾ ਕਿਉਂਕਿ ਅਕਸਰ ਇਹ ਵੀ ਹੁੰਦਾ ਨਾ ਕਿ ਜਦੋਂ ਬੰਦਾ ਇਦਾਂ ਦੀ ਨੌਕਰੀ ਕਰਨ ਲੱਗ ਪੈਂਦਾ ਤਾਂ ਬਹੁਤ ਸਾਰੇ ਫੈਸਲੇ ਇਦਾਂ ਦੇ ਲੈਣੇ ਪੈਂਦੇ, ਘਰੋਂ ਬਾਹਰ ਰਹਿਣਾ ਪੈਂਦਾ, ਤਾਂ ਪਰਿਵਾਰ ਬੜਾ ਜ਼ਰੂਰੀ ਹੁੰਦਾ ਉਹਦਾ। ਮੇਰੀ ਵਾਈਫ ਨੇ ਪੰਜਾਬੀ ਲੈਕਚਰਰ ਜੁਆਇਨ ਕੀਤਾ ਸੀ ਸਕੂਲ ਦੇ ਵਿੱਚ, ਤੇ ਉਹ ਪ੍ਰਿੰਸੀਪਲ ਰਿਟਾਇਰ ਹੋਈ ਹੈ, ਬੜਾ ਲੰਬਾ ਸਮਾਂ ਪ੍ਰਿੰਸੀਪਲ ਰਹੇ। ਮੇਰੇ ਪਿਤਾ ਜੀ ਦੀ ਤਾਂ ਡੈਥ 98 'ਚ ਹੋ ਗਈ ਸੀ, ਮਾਤਾ ਜੀ 2005 'ਚ ਪੂਰੇ ਹੋ ਗਏ ਸੀ। ਮੇਰੇ ਪਰਿਵਾਰ ਦੀ ਬਹੁਤ ਵੱਡੀ ਸਪੋਰਟ ਰਹੀ ਹੈ। ਜੇ ਪਰਿਵਾਰ ਦੀ ਸਪੋਰਟ ਨਾ ਰਹੀ ਹੋਵੇ ਨਾ ਹਰ ਇੱਕ ਕੰਮ ਵਿੱਚ ਹੀ, ਤੇ ਫਿਰ ਬੰਦਾ ਕਾਮਯਾਬ ਨਹੀਂ ਹੁੰਦਾ। ਸੋ ਮੇਰੀ ਵਾਈਫ ਦਾ, ਮੇਰੇ ਪਿਤਾ ਜੀ ਦਾ, ਮੇਰੀ ਬੀਜੀ ਦਾ, ਤਾਂ ਚਲੋ ਮਾਂ ਪਿਓ ਦਾ ਤਾਂ ਬਹੁਤ ਵੱਡਾ ਯੋਗਦਾਨ ਹੁੰਦਾ। ਉਹਨਾਂ ਨੇ ਤਾਂ ਡਾਇਰੈਕਸ਼ਨ ਦਿੱਤੀ ਤੁਹਾਨੂੰ। ਬਿਲਕੁਲ ਬਿਲਕੁਲ। ਮੇਰੀ ਵਾਈਫ ਦੀ ਬਹੁਤ ਵੱਡੀ ਜਿਹੜੀ ਆ ਕੰਟਰੀਬਿਊਸ਼ਨ ਇਨ ਪੋਲਿਟਿਕਸ ਆਲਸੋ। ਜਿੱਦਣ ਦੇ MLA ਬਣੇ ਮਾਰਚ 22 ਤੱਕ ਪਰਿਵਾਰ ਵੱਲੋਂ ਬੜੀ ਸਪੋਰਟ ਰਹੀ ਹੈ। ਵੈਸੇ ਅਕਸਰ ਅਸੀਂ ਕਹਿੰਦੇ ਹਾਂ ਕਿ ਮਨੁੱਖ ਗਲਤੀਆਂ ਦਾ ਪੁਤਲਾ ਹੈਗਾ, ਪਰ ਹੈਰਾਨੀ ਇਹ ਵੀ ਹੈ ਕਿ ਅਸੀਂ ਗਲਤੀਆਂ ਮੰਨਦੇ ਨਹੀਂ। ਬਹੁਤ ਘੱਟ ਲੋਕ ਨੇ ਜਿਹੜੇ ਗਲਤੀ ਕਰਕੇ ਗਲਤੀ ਮੰਨ ਲੈਂਦੇ ਨੇ। ਇਸ ਟਨਿਓਰ ਦੇ ਨਾਲ ਇੱਦਾਂ ਲੱਗਾ ਕਿ ਮੇਰੇ ਤੋਂ ਸ਼ਾਇਦ ਇੱਕ ਅੱਧੀ ਗਲਤੀ ਹੋਈ ਹੈ। ਦੇਖੋ, ਮੈਂ ਜਿੰਨੀ ਵੀ ਨੌਕਰੀ ਕੀਤੀ ਹੈ ਬਹੁਤ ਕੋਸ਼ਿਸ਼ ਕੀਤੀ, ਸਮਝ ਬੂਝ ਨਾਲ ਕੀਤੀ ਹੈ, ਲੇਕਿਨ ਕਈ ਗੱਲਾਂ ਅਨਇੰਟੈਂਸ਼ਨਲ ਵੀ ਹੋ ਜਾਂਦੀਆਂ ਨੇ। ਉਹਨਾਂ ਦਾ ਰਿਗਰੈਟ ਇਸ ਕਰਕੇ ਨਹੀਂ ਕਿਉਂਕਿ ਤੁਸੀਂ ਕੋਈ ਗਲਤੀ ਜਾਣਬੁੱਝ ਕੇ ਨਹੀਂ ਕੀਤੀ। ਜੇ ਜਾਣਬੁੱਝ ਕੇ ਕੀਤੀ ਹੁੰਦੀ ਉਹਨੇ ਫਿਰ ਬੰਦਾ ਪਛਤਾਉਂਦਾ। ਸੋ ਮੇਰੇ ਇਹ 28-29 ਸਾਲ ਦੇ ਟੈਨਿਓਰ ਦੇ ਵਿੱਚ ਕੋਈ ਇਹੋ ਜਿਹਾ ਇਨਸੀਡੈਂਟ ਨਹੀਂ ਹੈ ਕਿ ਮੈਂ ਕੋਈ ਅੱਜ ਕਿਸੇ ਗੱਲ ਤੇ ਪਛਤਾਇਆ ਹੋਵਾਂ। ਮੈਂ ਬਹੁਤ ਡਿਲੀਵਰ ਕੀਤਾ। ਮੈਂ ਤਾਂ ਜਦੋਂ ਚਾਹੇ SDM ਸੀ, ਚਾਹੇ ADC, ਚਾਹੇ DC, ਮੈਂ ਤਾਂ ਜਦੋਂ ਚੜ੍ਹਦਾ ਸੀ ਪੌੜੀਆਂ, ਜਿਹੜੇ ਕੋਈ ਬੰਦੇ ਉਤਰਦੇ ਮੈਂ ਤਾਂ ਪੁੱਛ ਲੈਂਦਾ ਸੀਗਾ ਕਿ ਬਾਈ ਤੁਸੀਂ ਮੈਨੂੰ ਤਾਂ ਨਹੀਂ ਮਿਲਣਾ ਹੈ। DC ਜਾਂ ADC ਜਾਂ SDM ਨੇ ਤਾਂ ਗੱਲ ਲੈਟਰ ਮਾਰ ਕੇ ਹੀ ਕਰਨੀ ਹੈ ਨਾ। ਮੈਂ ਤਾਂ ਕਾਰ ਦੀ ਬੋਨਟ ਦੇ ਉੱਤੇ ਰੱਖ ਕੇ ਮਾਰ ਕਰਕੇ ਭੇਜ ਦਿੰਦਾ ਸੀ ਤਾਂ ਕਿ ਇਹ ਬੰਦਾ ਪਰੇਸ਼ਾਨ ਨਾ ਹੋ। ਪੁੱਛ ਲੈਂਦੇ ਸੀ ਆਪ। ਯੈਸ, ਇਹ ਮੈਂ ਕਰਦਾ ਰਿਹਾ। ਮੈਨੂੰ ਇਸ ਚੀਜ਼ ਦਾ ਬਹੁਤ ਲਾਹਾ ਮਿਲਿਆ ਪੋਲਿਟਿਕਸ ਦੇ ਵਿੱਚ। ਜਦੋਂ ਮੈਂ 17 'ਚ ਇਲੈਕਸ਼ਨ ਲੜੀ ਹੈ, ਮੇਰੇ ਜਿਹੜੇ ਲੋਕਾਂ ਦੇ ਨਾਲ ਲਾਈਜ਼ਨਿੰਗ ਸੀ ਉਹ ਮੇਰੇ ਬਹੁਤ ਕੰਮ ਆਏ। ਜੇ ਇਸੇ ਚੀਜ਼ ਨੂੰ ਸਮ ਅਪ ਕਰਦੇ ਹੋਏ ਹੁਣ ਜਿਸ ਤਰੀਕੇ ਨਾਲ ਤੁਹਾਡਾ ਪੂਰਾ ਸਫ਼ਰ ਰਿਹਾ, ਇਹਨੂੰ ਇੱਕ ਦੋ ਸ਼ਬਦਾਂ ਦੇ ਵਿੱਚ ਪਰੋਣਾ ਹੋਵੇ ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਜ਼ਿੰਦਗੀ ਦਾ ਸਫ਼ਰ, ਕਿਉਂਕਿ ਹਰੇਕ ਬੰਦੇ ਨੂੰ ਹੁੰਦਾ ਕਿ ਚਲੋ ਇੱਕ ਪੜ੍ਹਾਈ ਦਾ, ਇੱਕ ਜਵਾਨੀ ਹੁੰਦੀ ਹੈ, ਉਸ ਤੋਂ ਬਾਅਦ ਪੜ੍ਹਾਈ ਦਾ ਸਮਾਂ ਆਉਂਦਾ, ਉਹਨੂੰ ਆਪਣੇ ਤਰੀਕੇ ਨਾਲ ਬੰਦਾ ਇੰਜੋਏ ਕਰਦਾ, ਤੇ ਇਹ IAS ਜਿਹੜਾ ਜਾਣੀ ਕਿ ਆਪਾਂ 1999 ਤੋਂ ਲੈ ਕੇ 2016 ਤੱਕ ਦਾ ਸਫ਼ਰ, ਇਹਨੂੰ ਕੁਝ ਸ਼ਬਦਾਂ ਦੇ ਵਿੱਚ ਪਰੋਣਾ ਹੋਵੇ ਤਾਂ ਕੀ ਕਹੋਗੇ? ਦੇਖੋ, 2-3 ਗੱਲਾਂ ਲਾਈਫ 'ਚ ਬਹੁਤ ਇੰਪੋਰਟੈਂਟ ਹੈ। ਆਪਾਂ ਮਿਹਨਤ ਦਾ ਜ਼ਿਕਰ ਕੀਤਾ ਸੀ, ਧਿਆਨੰਦਾਰੀ। ਜੇ ਤੁਸੀਂ ਧਿਆਨੰਦਾਰੀ ਵਰਤੋ ਤਾਂ ਮੇਰਾ ਖਿਆਲ ਹੈ ਕਿ ਤੁਸੀਂ ਕਦੇ ਕਿਸੇ ਗੱਲ ਤੋਂ ਰਿਗਰੈਟ ਹੀ ਨਹੀਂ ਤੁਹਾਨੂੰ ਹੋਏ। ਅਰਜੋ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਜਸਟਿਸ ਨਹੀਂ ਮਿਲ ਰਿਹਾ, ਕੋਈ ਨਹੀਂ ਕੁਝ ਕਹਿੰਦਾ ਤੁਹਾਨੂੰ, ਪੋਸਟਿੰਗ ਹੀ ਹੋ ਜਾਏਗੀ, ਵੱਧ ਤੋਂ ਵੱਧ ਕੀ ਹੋ ਜਾਊਗਾ, ਟ੍ਰਾਂਸਫਰ ਹੋ ਜੂ, ਲਾ ਦੇਣ ਚੰਡੀਗੜ੍ਹ। 2-3 ਐਸੇ ਇਨਸੀਡੈਂਟ ਹੋਏ ਕਿ ਮੇਰੇ ਤੇ ਪ੍ਰੈਸ਼ਰ ਸੀਗਾ ਕਿ ਜਦੋਂ ਮੈਂ SDM ਈਸਟ ਸੀਗਾ ਕਿ ਕੋਈ 8 ਏਕੜ ਦਾ ਕੋਈ ਰੌਲਾ ਸੀ ਕਿਸੇ ਬਜ਼ੁਰਗ ਲੇਡੀ ਦਾ, 2 ਉਹਦੀਆਂ ਸ਼ਾਇਦ ਬੱਚੇ ਸੀ ਉਹਨਾਂ ਦੇ, ਮੇਰੇ ਤੇ ਬਹੁਤ ਪ੍ਰੈਸ਼ਰ ਸੀਗਾ। ਮੈਨੂੰ ਇਹ ਮੈਂ ਇਨਸੀਡੈਂਟ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਿਆ ਸੀਗਾ। ਜਿੱਦਣ ਮੈਂ ਫੈਸਲਾ ਸੁਣਾਉਣਾ ਸੀਗਾ, ਮੇਰਾ ਰੀਡਰ ਮੇਰੇ ਕੋਲੇ ਆਇਆ ਜੀ, ਕਹਿੰਦਾ ਸਰ ਇੱਕ ਵਾਰੀ ਤੁਸੀਂ ਨਾ, ਕਿਉਂਕਿ ਕੋਰਟ ਰੂਮ 'ਚ ਬੈਠੇ ਸੁਣੀ ਦੇ ਨਹੀਂ ਕੇਸ, ਕਾਗਜ਼ਾਂ ਪੱਤਰਾਂ ਦੇ ਨਾਲ ਚੱਲੀਦਾ, ਜੋ ਡਾਕੂਮੈਂਟਸ ਪੇਸ਼ ਕੀਤੇ, ਜੋ ਫੈਕਟ ਆ ਕੇ ਤੁਹਾਡੇ ਸਾਹਮਣੇ। ਮੈਨੂੰ ਰੀਡਰ ਕਹਿੰਦਾ ਸਰ ਇੱਕ ਵਾਰੀ ਤੁਸੀਂ ਉਹ ਬੀਬੀ ਨੂੰ ਬੁਲਾ ਕੇ ਪੁੱਛ ਲਓ। ਮੈਂ ਅੱਜ ਵੀ ਉਸ ਰੀਡਰ ਦਾ ਦੇਣਦਾਰ। ਉਹ ਮੇਰੇ ਕੋਲੇ ਆਈ ਬੀਬੀ, ਉਹਨੇ ਮੈਨੂੰ ਦੱਸਿਆ ਕਿ ਸਰ ਇੱਦਾਂ ਕਰਕੇ ਮੇਰੀਆਂ 2 ਬੇਟੀਆਂ ਨੇ, ਆਹ ਸਾਡੇ ਪਰਿਵਾਰ ਦੀ ਵਿਉਂਤਬੰਦੀ ਹੈ, ਤੇ ਸਾਡੇ ਜਿਹੜੇ ਪਰਿਵਾਰ ਦੇ ਉਹਦੇ ਜਿਹੜੇ ਜੇਠ ਸੀਗੇ ਉਹਨੇ ਦੂਜੀ ਪਾਰਟੀ ਨਾਲ ਮਿਲ ਕੇ ਕਬਜ਼ਾ ਇਹਦਾ ਸੀਗਾ,
ਤੇ ਗਰਦੌਰੀ ਚੇਂਜ ਕਰਨੀ ਸੀ ਤੇ ਜੇ ਮੈਂ ਗਰਦੌਰੀ ਚੇਂਜ ਕਰ ਦਿੰਦਾ ਉਹਨਾਂ ਨੇ ਬੁੜੀ ਨੂੰ ਕੁੜੀ ਨੂੰ ਚੱਕ ਕੇ ਬਾਹਰ ਮਾਰਨਾ ਸੀ, ਕਬਜ਼ੇ 'ਚ ਆ ਜਾਣਾ ਸੀਗਾ, ਉਹ ਵਿਚਾਰੀ ਤੜਫਦੀ ਫਿਰਦੀ। ਮੈਂ ਲਿਖਿਆ ਹੋਇਆ ਫੈਸਲਾ ਸੁਣਾਇਆ ਨਹੀਂ ਸੀ, ਉਹ ਪਾੜਿਆ ਐਂਡ ਉਹ ਬਜ਼ੁਰਗ ਲੇਡੀ ਦੇ ਹੱਕ ਵਿੱਚ ਕੀਤਾ। ਉਹ ਮੈਨੂੰ ਹੁਣ ਤੱਕ ਕਦੇ ਨਹੀਂ, ਪਿੱਛੇ ਜੇ ਤਾਂ ਮੇਰੇ ਖਿਆਲ ਇਹ ਗੱਲ ਨੂੰ ਹੋ ਗਏ ਹੋਣੇ ਆ 20 ਸਾਲ, ਉਹ 5 ਸਾਲ ਤੱਕ ਤਾਂ ਮੈਨੂੰ ਆਸ਼ੀਰਵਾਦ ਦਿੰਦੀ ਰਹੀ। ਫਿਰ ਮੇਰੇ ਵੀ ਕਿਤੇ ਪੋਸਟਿੰਗ ਇੱਧਰ ਹੋ ਜਾਂਦੀ। ਉਹ ਮੈਨੂੰ ਇਨਸੀਡੈਂਟ ਯਾਦ ਹੈ ਕਿ ਉਹਦੇ ਵਿੱਚ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵੀ ਸਿਫਾਰਿਸ਼ ਆਈ ਸੀ। ਮੈਂ ਐਪਰੀਸ਼ੀਏਟ ਕਰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਉਹ ਮੇਰੇ ਨਾਲ ਨਾਰਾਜ਼ ਹੋਏ ਜਦੋਂ ਇੱਥੇ ਲੁਧਿਆਣੇ ਆਏ। ਇੱਥੇ ਸਾਡੇ ਭਾਊ ਜੀ ਉਹਨਾਂ ਦੇ ਘਰੇ ਠਹਿਰਦੇ ਸੀ ਤੇ ਜਦੋਂ ਉਹਨਾਂ ਨੂੰ ਮੈਂ ਮਿਲਿਆ ਤੇ ਉਹਨਾਂ ਨੂੰ ਮੈਂ ਵਾਕਿਆ ਦੱਸਿਆ, ਪਹਿਲਾਂ ਤਾਂ ਉਹਨਾਂ ਨੇ ਮੇਰੇ ਨਾਲ ਗੁੱਸੇ ਨਾਲ ਗੱਲ ਕੀਤੀ ਕਿ ਬੇਟਾ ਤੈਨੂੰ ਮੈਂ 2-3 ਵਾਰੀ ਫੋਨ ਕੀਤਾ ਸੀ। ਮੈਂ ਕਿਹਾ ਸਰ ਮੇਰੀ ਆ ਇੱਕ ਬੇਨਤੀ ਸੁਣ ਲਓ। ਜਦੋਂ ਉਹਨਾਂ ਨੂੰ ਮੈਂ ਦੱਸਿਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੇਰਾ ਹੱਥ ਫੜ ਕੇ ਕਿਹਾ ਬੇਟਾ ਚੰਗਾ ਕੀਤਾ। ਇਹ ਬੜੀ ਵਧੀਆ ਗੱਲ ਹੈ ਜੀ। ਇਹ ਵੀ ਇੱਕ ਮੇਰੀ ਲਾਈਫ ਦਾ ਬੜਾ ਵਧੀਆ ਇਨਸੀਡੈਂਟ ਹੈ। ਜੇ ਕਿਤੇ ਮੇਰਾ ਉਹ ਰੀਡਰ ਨਾ ਦੱਸਦਾ ਤੇ ਉਹਨਾਂ ਨੇ ਜਿੱਦਣ ਮੇਰਾ ਫੈਸਲਾ ਉਦਣ ਹੀ ਉਹਨੂੰ ਬੁੜੀ ਨੂੰ ਚੱਕ ਕੇ ਬਾਹਰ ਮਾਰਨਾ ਸੀਗਾ ਤੇ ਉਹਦੇ 'ਚ ਕਬਜ਼ੇ ਜਾ ਜਾਂਦੇ। ਉਹ ਅੱਗੇ ਲੜਾਈ ਲੀਗਲ ਚੱਲਦੀ ਕੀ ਨਹੀਂ ਚੱਲਦੀ ਉਹਦੇ ਬਾਰੇ ਹੁਣ ਤਾਂ ਤੁਸੀਂ ਨਹੀਂ ਨਾ ਕਰ ਸਕਦੇ ਕੁਝ। ਮੈਂ ਸਭ ਅਖੀਰ ਤੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ, ਬੜਾ ਮੈਨੂੰ ਲੱਗਦਾ ਕਿ ਉਤਾਰ ਚੜ੍ਹਾਅ ਵਾਲਾ ਸਫ਼ਰ ਰਿਹਾ ਤੁਹਾਡਾ। ਤੇ ਜੇ ਪੰਜਾਬ ਦੇ ਯੂਥ ਨੂੰ, ਕਿਉਂਕਿ ਇਹ ਬੜੀਆਂ ਅਹਿਮ ਭੂਮਿਕਾਵਾਂ ਹੁੰਦੀਆਂ, ਚਾਹੇ ਪੋਲੀਟੀਸ਼ੀਅਨ ਆ ਚਾਹੇ ਅਫਸਰਸ਼ਾਹ ਆ, ਇਹਨਾਂ ਨੇ ਪੰਜਾਬ ਦੇ ਲਈ ਬਹੁਤ ਕੁਝ ਕਰਨਾ ਹੁੰਦਾ। ਪਰ ਹੁਣ ਇਸ ਵੇਲੇ ਮੌਕੇ ਦੀ ਅਸੀਂ ਜਦੋਂ ਗੱਲ ਕਰਦੇ ਤਾਂ ਯੂਥ ਮੈਨੂੰ ਲੱਗਦਾ ਕਿ ਵਿਦੇਸ਼ ਦਾ ਰੁਖ ਕਰ ਚੁੱਕਾ ਹੈਗਾ। ਤਜ਼ਾਰਤ ਜਿਸ ਤੇ ਕਿਉਂਕਿ ਅਸੀਂ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਬਿਜ਼ਨਸ ਹੈ ਨਹੀਂ, ਤਜ਼ਾਰਤ ਹੈ ਨਹੀਂ, ਤਾਂ ਉਹ ਕਿਸੇ ਨਾ ਕਿਸੇ ਤਰੀਕੇ ਇੱਥੋਂ ਭੱਜ ਜਾਣਾ ਚਾਹੁੰਦਾ। ਭੋਗਲ ਸਾਹਿਬ ਤੁਹਾਡੀਆਂ ਗੱਲਾਂ ਇਹ ਠੀਕ ਨੇ। ਅਸੀਂ ਸਰਕਾਰ 'ਚ ਰਹਿੰਦੇ ਹੋਏ ਵੀ ਮਹਿਸੂਸ ਕੀਤਾ ਹੈ ਕਿ ਜੋ ਅਪਰਚੁਨਿਟੀਜ਼ ਅਸੀਂ ਸਰਕਾਰਾਂ ਇੱਥੇ ਦੇ ਸਕਦੀਆਂ ਸੀ, ਮੈਂ ਇਹ ਨਹੀਂ ਕੀਤਾ ਕਿ ਕਿਸੇ ਵੀ ਸਰਕਾਰ ਨੇ ਕੰਮ ਨਹੀਂ ਕੀਤਾ। ਮੈਂ ਇੱਕ ਇਹੋ ਜਿਹਾ ਲੀਡਰ ਕਹਿ ਲਵਾਂ, ਮੈਂ ਅਨਨੈਸੈਸਰੀ ਕਿਸੇ ਸਰਕਾਰ ਨੂੰ ਭੰਡਦਾ ਨਹੀਂ, ਚਾਹੇ ਆਪੋਜੀਸ਼ਨ 'ਚ ਹੀ ਹੋਵਾਂ ਜੀ। ਕਿਹੜੀ ਸਰਕਾਰ ਚਾਹੁੰਦੀ ਉਹਦੇ ਟੈਨਿਓਰ ਦੇ ਵਿੱਚ ਚੰਗੇ ਕੰਮ ਨਾ ਹੋਣ? ਸਰਦਾਰ ਭਗਵੰਤ ਸਿੰਘ ਮਾਨ ਕਿਤੇ ਚਾਹਣਗੇ ਕਿ ਮੇਰੀ ਸਰਕਾਰ ਦੇ ਵਿੱਚ ਚੰਗੇ ਕੰਮ ਨਾ ਹੋਣ? ਜਾਂ ਕੈਪਟਨ ਸਾਹਿਬ ਨੇ ਸੋਚਿਆ ਹੋਵੇ, ਜਾਂ ਚੰਨੀ ਸਾਹਿਬ ਨੇ, ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ? ਲੇਕਿਨ ਜੋ ਕੰਜੀਨੀਅਲ ਐਟਮੋਸਫੀਅਰ ਅਸੀਂ ਪੰਜਾਬ ਨੂੰ ਦੇਣਾ ਚਾਹੀਦਾ ਸੀ, ਉਹ ਦੇ ਨਹੀਂ ਸਕੇ। ਦੂਜੇ ਪਾਸੇ ਆ ਜਾਓ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਅਪਰਚੁਨਿਟੀਜ਼ ਬਹੁਤ ਆ ਗਈਆਂ, ਉਹਨਾਂ ਦੀ ਪਾਪੂਲੇਸ਼ਨ ਬਹੁਤ ਘੱਟ ਹੈ। ਤੁਸੀਂ ਦੇਖੋ ਆ ਪਿੱਛੇ ਜਿਹੇ ਕੈਨੇਡਾ ਨੇ, ਮੈਂ ਪੜ੍ਹ ਰਿਹਾ ਸੀਗਾ PM ਦਾ ਉਹਨਾਂ ਦਾ ਬਿਆਨ ਟਰੂਡੋ ਦਾ, ਕਿ 5 ਲੱਖ ਉਹਨਾਂ ਨੂੰ ਲੋਕਾਂ ਦੀ ਲੋੜ ਹੈ ਅਗਲੇ 2 ਸਾਲ। ਕਿੰਨੇ ਰੂਲਸ ਐਂਡ ਰੈਗੂਲੇਸ਼ਨ ਰਿਲੈਕਸ ਕਰਤੇ ਕੈਨੇਡਾ ਨੇ। ਉੱਥੇ ਅੱਜ ਵੀ ਇੱਥੇ ਸਾਡਾ ਮੁੰਡਾ ਟਰੱਕ ਚਲਾਉਂਦਾ, ਤੁਸੀਂ ਦੇਖੋ ਉਹਦੀ ਕੀ ਇਨਕਮ ਹੈ, ਉਹ ਕਿੰਨੇ ਕੁ ਸਟੈਂਡਰਡ ਆ। ਉੱਥੇ ਜਾ ਕੇ ਜਦੋਂ ਸਾਡਾ ਮੁੰਡਾ ਟਰੱਕ ਚਲਾਉਂਦਾ, ਇੱਕ ਮੈਂ ਜਦ ਛੋਟੀ ਜਿਹੀ ਐਗਜ਼ਾਮਪਲ ਦੇ ਰਿਹਾ, ਉਹ ਆਪਣੀ ਵਧੀਆ ਜ਼ਿੰਦਗੀ ਜੀਉਣ ਲੱਗ ਜਾਂਦਾ। ਉੱਥੇ ਅਪਰਚੁਨਿਟੀਜ਼ ਇੰਨੀਆਂ ਆ ਗਈਆਂ, ਇੱਥੇ ਅਸੀਂ ਉਹ ਇਨਫਰਾਸਟ੍ਰਕਚਰ ਪ੍ਰੋਵਾਈਡ ਨਹੀਂ ਕਰ ਸਕੇ ਤੇ ਯੂਥ ਨੇ ਜਾਣਾ ਹੀ ਹੈ। ਇਹ ਫਿਰ ਆਪਾਂ ਮੰਨ ਲਈ ਕਿ ਸਿਆਸਤਦਾਨਾਂ ਦੀ ਕਮੀ ਹੋ ਗਈ। ਦੇਖੋ ਐਦਾਂ ਨਹੀਂ ਹੁੰਦਾ ਕਿ ਮੈਂ ਹੁਣ ਸਿੱਧਾ ਬਲੇਮ ਸਿਆਸਤਦਾਨਾਂ ਤੇ ਲਾਦਾ। ਮੈਂ ਇੱਥੇ ਇੱਕ ਐਗਜ਼ਾਮਪਲ ਦਿੰਦਾ ਹੁੰਦਾ, ਆਪਾਂ ਹੁਣ ਦੋਨੋਂ ਜਣੇ ਆ, ਤੁਹਾਡੀ ਇੱਕ ਸੈਲਰੀ ਫਿਕਸ ਹੋਏਗੀ, ਮੇਰਾ ਇੱਕ ਆਪਣਾ ਬਿਜ਼ਨਸ ਹੋਏਗਾ। ਕਿਤੇ ਇਹ ਤਾਂ ਨਹੀਂ ਹੁੰਦਾ ਵੀ ਤੁਸੀਂ ਚਾਹੁੰਦੇ ਤਾਂ ਹੋਵੋਗੇ ਵੀ ਮੇਰੀ ਅੱਜ ਲੱਖ ਸੈਲਰੀ ਆ, 2 ਲੱਖ ਕੱਲ ਨੂੰ ਹੋ ਜੇ, ਨਹੀਂ ਹੁੰਦੀ ਨਾ। ਇੱਦਾਂ ਹੀ ਮੈਂ ਜੇ ਮੇਰੀ 1-2 ਲੱਖ ਇਨਕਮ ਆ, ਮੈਂ ਚਾਹੂੰਗਾ ਯਾਰ ਮੇਰੀ 10 ਲੱਖ ਹੋ ਗਏ, ਨਹੀਂ ਹੁੰਦੀ। ਸਮਾਂ ਲੱਗਦਾ ਹਰ ਡਿਵੈਲਪਮੈਂਟ। ਹਿੰਦੁਸਤਾਨ ਦੀ ਪਾਪੂਲੇਸ਼ਨ ਨੇ ਵੀ ਬਹੁਤ ਵੱਡਾ ਇਸ ਚੀਜ਼ ਦੇ ਉੱਤੇ ਪ੍ਰਭਾਵ ਪਿਆ। ਪਾਪੂਲੇਸ਼ਨ ਹੀ ਐਨੀ ਹੋ ਗਈ, ਜਿੰਨਾ ਅਸੀਂ ਇਨਫਰਾਸਟ੍ਰਕਚਰ ਬਣਾਉਂਦੇ ਆ ਉਹ ਪਾਪੂਲੇਸ਼ਨ ਸਾਡੀ ਖਾ ਜਾਂਦੀ ਹੈ। ਇੱਕ ਫੈਕਟਰ ਨਹੀਂ, ਬਹੁਤ ਫੈਕਟਰ ਨੇ। ਆਖਰੀ ਸਵਾਲ, ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ, ਕਿਉਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਵਿਦੇਸ਼ਾਂ ਵਾਲਾ ਨੌਜਵਾਨ ਜਾ ਰਿਹਾ ਹੈਗਾ, ਪਰ ਤੁਸੀਂ ਆਪਣੇ ਵੱਲੋਂ ਜੇ ਪੰਜਾਬ ਦੇ ਨੌਜਵਾਨ ਨੂੰ ਕਹਿਣਾ ਹੋਵੇ ਵੀ IAS ਬਣੋ, ਤੁਹਾਡੇ ਹੱਥ ਪਾਵਰ ਆਊਗੀ, ਤੁਸੀਂ ਵੱਡੇ ਫੈਸਲੇ ਲੈ ਸਕਦੇ, ਪੰਜਾਬ ਨੂੰ ਵਧੀਆ ਭਵਿੱਖ ਦੇ ਸਕਦੇ। ਮੈਂ ਤਾਂ ਹਮੇਸ਼ਾ ਹੀ ਕਹਿਣਾ, ਮੈਂ ਤਾਂ ਆਪਣੇ ਹਲਕੇ ਦੇ ਵਿੱਚ ਵੀ ਹਰ ਥਾਂ ਤੇ ਕਹਿਣਾ ਕਿ ਜਿਹੜੇ ਬੱਚੇ ਪੜ੍ਹਨ ਵਾਲੇ ਆ ਮੇਰੇ ਕੋਲੇ ਲੈ ਕੇ, ਉਹਨਾਂ ਦੀ IAS ਦੀ ਮੈਂ ਤਿਆਰੀ ਹੁਣ ਵੀ ਬੱਚਿਆਂ ਨੂੰ ਬੜਿਆਂ ਨੂੰ ਪੜ੍ਹਾਉਣਾ। ਮੈਂ ਮੇਰੇ ਕੋਲੇ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਮੈਂ ਗਾਈਡ ਵੀ ਕਰਦਾ। ਇੱਕ ਲਫ਼ਜ਼ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜੇ ਨੌਕਰੀ ਕਰਨੀ ਹੈ ਤੇ ਫਿਰ ਸਿਵਲ ਸਰਵਿਸ ਤੋਂ ਉੱਪਰ ਨੌਕਰੀ ਕੋਈ ਨਹੀਂ, ਫਿਰ ਉਹੀ ਕਰ ਲਓ। ਕਰਨਾ ਕੀ ਹੈ, ਮਿਹਨਤ ਕਰ ਲਓ। 2-3 ਸਾਲ ਦੇ ਵਿੱਚ ਜੇ ਕਿਤੇ ਸਾਡਾ ਬੱਚਾ 8 ਤੋਂ 10 ਜਾਂ 12 ਘੰਟੇ ਰੈਗੂਲਰ ਪੜ੍ਹ ਲਵੇ, IAS PCS ਬਣ ਜਾਊਗਾ, DSP ਬਣ ਜਾਊਗਾ, IPS ਬਣ ਜਾਊਗਾ। ਲੇਕਿਨ ਬੱਚੇ ਮਿਹਨਤ ਨਹੀਂ ਕਰਦੇ, ਸੌਖਾ ਰਾਹ ਲੱਭਦੇ ਨੇ। ਉਹ ਸੌਖਾ ਰਾਹ ਤਾਂ ਫਿਰ ਤੁਹਾਨੂੰ ਪਤਾ ਨਾ, ਫਿਰ ਉਹ ਸਿਵਲ ਸਰਵਿਸ ਵੱਲ ਤਾਂ ਨਹੀਂ ਆਇਆ ਜਾ ਸਕਦਾ। ਵੈਸੇ ਬਹੁਤ ਸ਼ੁਕਰੀਆ, ਤੁਹਾਡੇ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਲੱਗਾ। ਮੈਨੂੰ ਲੱਗਦਾ ਕਿ ਬੜੇ ਕੀਮਤੀ ਪਲ ਹੁੰਦੇ ਨੇ ਜਿਹੜੇ ਤੁਸੀਂ ਸਾਂਝੇ ਕੀਤੇ, ਤੇ ਆਮ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਅਫਸਰਸ਼ਾਹ ਵੀ ਕੰਮ ਕਰਦੇ ਨੇ। ਬਹੁਤ ਸ਼ੁਕਰੀਆ। ਬਿਲਕੁਲ ਬਹੁਤ ਧੰਨਵਾਦ ਤੁਹਾਡਾ। ਸੋ ਕੁਲਦੀਪ ਵੈਦ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਜ਼ਿਹਨ ਦੇ ਵਿੱਚ ਸਾਫ਼ ਹੋਈਆਂ ਹੋਣੀਆਂ ਕਿ ਇੱਕ ਵੱਡਾ ਗੈਪ ਰਹਿੰਦਾ, ਕਿਉਂਕਿ ਅਫਸਰਸ਼ਾਹ ਤੇ ਆਮ ਲੋਕਾਂ ਦੇ ਵਿਚਾਲੇ, ਤਾਂ ਉਸ ਪਾੜੇ ਨੂੰ ਖਤਮ ਕਰਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਹੱਕ ਦੇ ਵਿੱਚ ਕੌਣ ਖੜਦਾ ਰਿਹਾ, ਪੰਜਾਬ ਦੇ ਹੱਕ ਦੇ ਲਈ ਕੌਣ ਆਵਾਜ਼ ਬੁਲੰਦ ਕਰਦਾ ਰਿਹਾ, ਕਿਸ ਤਰੀਕੇ ਨਾਲ
IPS IAS ਅਫਸਰ ਜਿਹੜੇ ਨੇ ਉਹ ਕੰਮ ਕਰਦੇ ਨੇ। ਤੁਸੀਂ ਆਪਣੀ ਟਿੱਪਣੀ ਆਪਣੇ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਫਿਲਹਾਲ ਇੱਥੇ ਤੁਹਾਡੇ ਤੋਂ ਅੱਗ ਲੈਣੀ ਹੈ। ਬਹੁਤ ਬਹੁਤ ਧੰਨਵਾਦ।